ਕੀਤੇ ਅੰਦਰ। ਸ਼ਲੋਕ ਮਹਿਲਾ ਤੀਜਾ। ਪੂਰਬ ਲਿਖਿਆ ਕਮਾਵਣਾ, ਜੇ ਕਰਤੈ ਆਪ ਲਿਖਿਆਸ। ਮੋਹ ਠਗੌਲੀ ਪਾਈਨ, ਵਿਸਰਿਆ ਗੁਣਤਾਸ। ਗੁਰਦੇਵ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਹਨ ਕਿ ਪਿਛਲੇ ਜੋ ਕੀਤੇ ਕਰਮਾਂ ਅਨੁਸਾਰ ਸੰਸਕਾਰ ਰੂਪ ਲੇਖ ਸਾਡੇ ਜੀਵਨ ਦੇ ਅੰਦਰ ਲਿਖਿਆ ਹੁੰਦਾ ਹੈ, ਉਹੀ ਬੰਦਾ ਕਮਾਉਂਦਾ ਹੈ, ਉਸੇ ਤਰ੍ਹਾਂ ਹੀ ਕਰਮ ਕਰਦਾ ਹੈ, ਜ਼ਿੰਦਗੀ ਜੀਂਦਾ ਹੈ। ਜੇ ਕਰਤਾ ਆਪ ਲਿਖਿਆਸ ਤਾਂ ਮਤਲਬ ਜੋ ਕਰਤੇ ਪ੍ਰਭੂ ਦੇ ਹੁਕਮ ਦੇ ਅੰਦਰ ਲਿਖਿਆ ਗਿਆ ਹੈ, ਯਾਨੀ ਰੱਬੀ ਰਜ਼ਾ ਦੇ ਅੰਦਰ ਜੋ ਸੰਸਕਾਰ ਰੂਪ ਲੇਖ ਪਿਛਲੇ ਕੀਤੇ ਕਰਮਾਂ ਅਨੁਸਾਰ ਲਿਖੇ ਗਏ ਨੇ, ਉਸ ਅਨੁਸਾਰ ਹੀ ਬੰਦਾ ਕੰਮ ਕਰਦਾ ਹੈ, ਜੀਵਨ ਜੀਂਦਾ ਹੈ। ਤੇ ਇਹ ਕਰਤੇ ਨੇ ਲਿਖਿਆ ਹੈ, ਭਾਵ ਕਿ ਕਰਤੇ ਦੇ ਹੁਕਮ ਦੇ ਅੰਦਰ ਲਿਖਿਆ ਗਿਆ ਹੈ। ਹੁਣ ਇਹ ਚੀਜ਼ ਨੂੰ ਵੈਸੇ ਅਸੀਂ ਪਹਿਲਾਂ ਕਈ ਵਾਰ ਸਪਸ਼ਟ ਕਰ ਚੁੱਕੇ ਹਾਂ। ਇਹ ਨਹੀਂ ਕਿ ਪਿੱਛੋਂ ਲੇਖ ਰੱਬ ਨੇ ਲਿਖ ਕੇ ਭੇਜਿਆ ਹੈ ਕਿ ਤੂੰ ਚੰਗੇ ਕੰਮ ਕਰੇਗਾ ਜਾਂ ਮਾੜੇ। ਉਹ ਲੇਖ ਐਸੇ ਜ਼ਿੰਦਗੀ ਦੇ ਅੰਦਰ ਅਸੀਂ ਲਿਖ ਰਹੇ ਹਾਂ ਜੋ ਰੱਬੀ ਰਜ਼ਾ ਵਿੱਚ ਲਿਖਿਆ ਜਾ ਰਿਹਾ। ਕਿਵੇਂ? ਜੋ ਅਸੀਂ ਸੋਚਦੇ ਹਾਂ, ਜੋ ਅਸੀਂ ਬੋਲਦੇ ਹਾਂ, ਜੋ ਅਸੀਂ ਕਰਮ ਕਰਦੇ ਹਾਂ, ਉਹ ਸਾਡੇ ਅੰਦਰ ਇੱਕ ਸੰਸਕਾਰ ਪੈਦਾ ਹੁੰਦਾ ਹੈ। ਜਿਵੇਂ ਜਿਵੇਂ ਬਾਰ-ਬਾਰ ਅਸੀਂ ਉਸ ਕਰਮ ਨੂੰ ਦੁਹਰਾਉਂਦੇ ਹਾਂ ਤਾਂ ਉਹ ਹੌਲੇ-ਹੌਲੇ ਸਾਡਾ ਸੁਭਾਅ ਬਣ ਜਾਂਦਾ ਹੈ, ਇੱਕ ਨਿਊਰੋਨਲ ਪੈਟਰਨ ਬਣ ਜਾਂਦਾ ਹੈ। ਔਰ ਜਿਵੇਂ ਦੀਆਂ ਸਾਡੀਆਂ ਆਦਤਾਂ ਜਾਂ ਜਿਵੇਂ ਦਾ ਸੁਭਾਅ ਬਣ ਜਾਂਦਾ ਹੈ, ਜਿਵੇਂ ਦੀ ਸੋਚ ਬਣ ਜਾਂਦੀ ਹੈ, ਉਸ ਸੋਚ ਮੁਤਾਬਕ ਹੀ ਬੰਦਾ ਫਿਰ ਜ਼ਿੰਦਗੀ ਜੀਵੀ ਜਾਂਦਾ ਹੈ। ਕਿਸੇ ਦੀ ਸੋਚ ਨੈਗੇਟਿਵ ਹੋ ਜਾਂਦੀ ਹੈ, ਕਿਸੇ ਦੀ ਪੋਜ਼ਿਟਿਵ ਹੋ ਜਾਂਦੀ ਹੈ। ਕੋਈ ਚੰਗਾ ਸੋਚਦਾ ਹੈ, ਕੋਈ ਮਾੜਾ ਸੋਚਦਾ ਹੈ, ਕੋਈ ਚੰਗਾ ਕਰਦਾ ਹੈ, ਕੋਈ ਮਾੜਾ ਕਰਦਾ ਹੈ। ਇਹ ਸਾਡੇ ਕੀਤੇ ਹੋਏ ਸੰਸਕਾਰਾਂ ਰਾਹੀਂ ਸਾਡਾ ਸੁਭਾਅ ਬਣ ਜਾਂਦਾ ਹੈ, ਔਰ ਉਸ ਸੁਭਾਅ ਮੁਤਾਬਕ ਹੀ ਬੰਦਾ ਇਸ ਸੰਸਾਰ ਦੇ ਅੰਦਰ ਜ਼ਿੰਦਗੀ ਜੀਂਦਾ ਹੈ। ਤੇ ਇਹ ਸੁਭਾਅ ਰੱਬੀ ਹੁਕਮ ਦੇ ਅੰਦਰ ਲਿਖਿਆ ਜਾਂਦਾ ਹੈ, ਚਾਹੇ ਤੁਸੀਂ ਨੈਗੇਟਿਵ ਲਿਖ ਲਓ ਜਾਂ ਪੋਜ਼ਿਟਿਵ ਲਿਖ ਲਓ, ਕਿਉਂਕਿ ਇੱਕ ਸਿਸਟਮ ਹੈ, ਜੈਸਾ ਸੋਚੋਗੇ, ਜੈਸਾ ਬੋਲੋਗੇ, ਵੈਸੇ ਹੀ ਅੰਦਰ ਸੰਸਕਾਰ ਪੈਦਾ ਹੁੰਦੇ ਚਲੇ ਜਾਣਗੇ। ਮੋਹ ਠਗੌਲੀ ਪਾਈਨ, ਵਿਸਰਿਆ ਗੁਣਤਾਸ। ਇਸ ਲੇਖ ਅਨੁਸਾਰ ਜੋ ਅਸੀਂ ਆਪਣੇ ਅੰਦਰ ਸੰਸਕਾਰ ਪੈਦਾ ਕੀਤੇ ਨੇ, ਜੈਸਾ ਅਸੀਂ ਸੁਭਾਅ ਬਣਾਇਆ ਹੈ, ਜੈਸੀ ਸੋਚ ਬਣਾ ਲਈ ਹੈ, ਉਸ ਸੋਚ ਅਨੁਸਾਰ ਹੀ ਮੋਹ ਠਗੌਲੀ ਪਾਈਨ, ਬੰਦੇ ਨੇ ਆਪਣੇ ਆਪ ਨੂੰ ਮੋਹ ਦੀ ਠਗਮੂਰੀ ਬੂਟੀ ਪਾ ਲਈ ਹੈ। ਠਗੌਲੀ ਦਾ ਮਤਲਬ ਠਗਮੂਰੀ ਬੂਟੀ, ਜੋ ਪੁਰਾਤਨ ਸਮੇਂ ਵਿੱਚ ਰਾਹਗੀਰਾਂ ਨੂੰ ਕੁਛ ਲੁਟੇਰੇ ਲੋਕ ਸੰਘਾ ਕੇ ਜਾਂ ਖੁਆ ਕੇ ਤੇ ਬੰਦੇ ਨੂੰ ਬੇਹੋਸ਼ ਕਰ ਦਿੰਦੇ ਸਨ ਤੇ ਉਹਦਾ ਸਮਾਨ ਵਗੈਰਾ ਲੁੱਟ ਲਿਆ ਜਾਂਦਾ ਸੀ। ਅੱਜ ਕੱਲ ਵੀ ਐਸੀਆਂ ਚੀਜ਼ਾਂ ਨੇ, ਖਾਣ ਪੀਣ ਦੇ ਵਿੱਚ ਕੁਛ ਸ਼ੈ ਦੇ ਦਿੱਤੀ, ਬੰਦੇ ਨੂੰ ਨੀਂਦ ਆ ਗਈ, ਬੰਦਾ ਬੇਹੋਸ਼ ਹੋ ਗਿਆ ਤੇ ਉਹਦਾ ਸਾਰਾ ਕੁਝ ਲੁੱਟ ਲਿਆ। ਇੱਥੇ ਠਗੌਰੀ ਬੂਟੀ ਕਾਦੀ ਹੈ? ਮੋਹ ਦੀ। ਇਹਨਾਂ ਕਰਮਾਂ ਅਨੁਸਾਰ ਜੋ ਮੋਹ ਦੀ ਠਗਮੂਰੀ ਬੂਟੀ ਬੰਦੇ ਨੇ ਪਾ ਲਈ ਹੈ, ਭਾਵ ਆਪਣੇ ਅੰਦਰ ਸੈਲਫਿਸ਼ਨੈਸ ਤੇ ਵਿਕਾਰ ਆਦਿਕ ਪੈਦਾ ਕਰ ਲੈਣ, ਤੇ ਉਹਦੇ ਕਾਰਨ ਕੀ ਹੋਇਆ ਹੈ ਕਿ ਵਿਸਰਿਆ ਗੁਣਤਾਸ। ਗੁਣਤਾਸ ਦਾ ਮਤਲਬ ਗੁਣਾਂ ਦਾ ਖਜ਼ਾਨਾ। ਜੋ ਗੁਣਾਂ ਦਾ ਖਜ਼ਾਨਾ ਪ੍ਰਭੂ ਹੈ, ਉਹ ਵਿਸਰ ਗਿਆ ਹੈ। ਹੁਣ ਆਪਣਾ ਸੁਭਾਅ ਹੀ ਬਣਾ ਲਿਆ ਸੈਲਫਿਸ਼ਨੈਸ, ਆਪਣੇ ਸੁਭਾਅ ਦੇ ਅੰਦਰ ਹੀ ਲੋਭ ਲਾਲਚ ਪੈਦਾ ਕਰ ਲੈ, ਤੇ ਜਦੋਂ ਲੋਭ ਲਾਲਚ ਪੈਦਾ ਕਰ ਲੈ ਤਾਂ ਗੁਣ ਜਿਹੜੇ ਨੇ ਆਟੋਮੈਟਿਕਲੀ ਵਿਸਰ ਜਾਣਗੇ। ਰੱਬ ਨੂੰ ਇਹਨੇ ਵਿਸਾਰ ਦਿੱਤਾ, ਇਹੋ ਜਿਹਾ ਲੇਖ ਲਿਖ ਲਿਆ, ਇਹੋ ਜਿਹਾ ਸੁਭਾਅ ਬਣਾ ਲਿਆ। ਹੁਣ ਇਸ ਜ਼ਿੰਦਗੀ ਨੂੰ, ਆਮ ਬੰਦੇ ਦੇ ਜੀਵਨ ਨੂੰ ਦੇਖਣ ਦਾ ਯਤਨ ਕਰੋ ਕਿ ਕਿਵੇਂ ਬੰਦਾ ਹੌਲੇ ਹੌਲੇ ਝੂਠ ਫਰੇਬ ਐਸੇ ਕਰਮ ਕਰਦਾ ਕਰਦਾ ਹੌਲੇ ਹੌਲੇ ਝੂਠਾ ਔਰ ਫਰੇਬੀ ਹੀ ਹੋ ਜਾਂਦਾ ਹੈ। ਕੁਝ ਲੋਕ ਨੇ ਜੋ ਸ਼ੁਰੂ ਤੋਂ ਹੀ ਚੰਗੀ ਜ਼ਿੰਦਗੀ ਜੀਂਦੇ ਨੇ, ਉਹਨਾਂ ਦਾ ਜੀਵਨ ਸਾਰਾ ਹੀ ਚੰਗਾ ਰਹਿੰਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਇਸ ਲੇਖ ਅਨੁਸਾਰ ਹੁਕਮ ਦੇ ਅੰਦਰ ਆਪਣੇ ਕੀਤੇ ਕਰਮਾਂ ਅਨੁਸਾਰ ਇਹਨੇ ਆਪਣੇ ਆਪ ਨੂੰ ਮੋਹ ਆਦਿਕ ਦੀ ਠਗਮੂਰੀ ਬੂਟੀ ਪਾ ਲਈ ਹੈ, ਔਰ ਜਿਸ ਕਰਕੇ ਇਹਨੂੰ ਰੱਬ, ਗੁਣਾਂ ਦਾ ਖਜ਼ਾਨਾ ਪ੍ਰਭੂ ਵਿਸਰ ਗਿਆ ਹੈ, ਭੁੱਲ ਗਿਆ ਹੈ। ਗੁਣਾਂ ਨਾਲੋਂ ਇਹਨੇ ਸੰਬੰਧ ਤੋੜ ਲਿਆ। ਮਤ ਜਾਣੋ ਜਗ ਜੀਵਦਾ, ਦੂਜੇ ਭਾਏ ਮੁਯਾਸ। ਗੁਰੂ ਸਾਹਿਬ ਜੀ ਹੁਣ ਸਾਨੂੰ ਇਹ ਕਹਿ ਰਹੇ ਨੇ ਕਿ ਮਤ ਜਾਣੋ ਦਾ ਮਤਲਬ ਨਾ ਜਾਣੋ, ਜਗ ਜੀਵਦਾ। ਇਹ ਨਾ ਸਮਝੋ ਕਿ ਜਗਤ ਜਿਉਂਦਾ ਹੈ। ਦੂਜੇ ਭਾਏ ਮੁਯਾਸ, ਦੂਜੇ ਭਾਏ ਦਾ ਮਤਲਬ ਮਾਇਆ ਦੇ ਮੋਹ ਵਿੱਚ ਮੋਇਆ ਪਿਆ ਹੈ। ਮੁਯਾਸ ਦਾ ਮਤਲਬ ਮੋਇਆ ਹੋਇਆ ਹੈ, ਮਰਿਆ ਹੋਇਆ ਹੈ। ਜਿਸ ਦੇ ਅੰਦਰ ਦੂਜਾ ਭਾਵ ਹੈ, ਭਾਵ ਜੋ ਅੰਦਰੋਂ ਹੋਰ ਤੇ ਬਾਹਰੋਂ ਹੋਰ ਹੈ, ਜਿਸ ਦੇ ਅੰਦਰ ਰੱਬੀ ਗੁਣ ਨਹੀਂ, ਜਿਸ ਦੇ ਅੰਦਰ ਇਨਸਾਨੀਅਤ ਨਹੀਂ, ਜੋ ਰੱਬੀ ਰਜ਼ਾ ਵਿੱਚ ਨਹੀਂ ਤੁਰਦਾ, ਜਿਸ ਦੇ ਅੰਦਰ ਪਾਪ ਵਿਕਾਰ ਅਪਰਾਧ ਨੇ, ਖੋਟ ਨੇ,
ਗੁਰੂ ਜੀ ਕਹਿੰਦੇ ਨੇ ਐਸੇ ਜਗਤ ਨੂੰ, ਐਸੇ ਇਨਸਾਨਾਂ ਨੂੰ ਜਿਉਂਦਾ ਨਾ ਸਮਝੋ, ਉਹ ਦੂਜੇ ਭਾਵ ਕਰਕੇ ਮੋਏ ਹੋਏ ਨੇ, ਅੰਦਰੋਂ ਮਰੇ ਪਏ ਨੇ। ਆਤਮਿਕ ਜੀਵਨ ਖਤਮ ਹੋ ਗਿਆ ਹੈ, ਆਤਮਿਕ ਮੌਤ ਹੋ ਗਈ ਹੈ, ਇਨਸਾਨੀਅਤ ਅੰਦਰ ਹੈ ਨਹੀਂ। ਔਰ ਇਹ ਗੱਲ ਅਸੀਂ ਗੁਰਬਾਣੀ ਦੇ ਰਾਹੀਂ ਬਹੁਤ ਵਾਰ ਵਿਚਾਰ ਚੁੱਕੇ ਹਾਂ ਕਿ ਆਤਮਿਕ ਮੌਤ ਤੇ ਮਰਿਆ ਹੋਇਆ ਬੰਦਾ ਕੌਣ ਹੈ? ਜਿਹੜਾ ਅੰਦਰੋਂ ਹੋਰ ਹੈ, ਬਾਹਰੋਂ ਹੋਰ ਹੈ, ਕਹਿੰਦਾ ਕੁਝ ਹੋਰ ਹੈ, ਕਰਦਾ ਕੁਝ ਹੋਰ ਹੈ, ਜਿਸ ਦੀ ਅਮਲੀ ਜ਼ਿੰਦਗੀ ਨਹੀਂ ਹੈ, ਉਹ ਬੰਦਾ ਆਤਮਿਕ ਮੌਤ ਤੇ ਮਰਿਆ ਹੋਇਆ ਹੈ। ਤਾਂ ਗੁਰੂ ਜੀ ਕਹਿੰਦੇ ਨੇ ਮਤਾ ਸਮਝੋ ਕਿ ਇਹ ਸੰਸਾਰ ਜਿਉਂਦਾ ਹੈ, ਇਹਨੂੰ ਜਿਉਂਦਾ ਨਾ ਸਮਝੋ, ਸਗੋਂ ਰੱਬੀ ਗੁਣਾਂ ਨੂੰ ਵਿਸਾਰ ਕੇ ਦੂਜੇ ਭਾਵ ਦੇ ਕਾਰਨ ਇਹ ਆਤਮਿਕ ਮੌਤ ਤੇ ਮਰਿਆ ਹੋਇਆ ਹੈ। ਜਿਨਨੇ ਗੁਰਮੁਖ ਨਾਮ ਨਾ ਚੇਤਿਓ, ਸੇ ਬਹਿਨ ਨਾ ਮਿਲਣੀ ਪਾਸ। ਗੁਰਮੁਖ ਦਾ ਮਤਲਬ ਗੁਰੂ ਦੇ ਰਾਹੀਂ, ਗੁਰੂ ਦੀ ਸ਼ਰਣੀ ਪੈ ਕੇ। ਨਾਮ ਦਾ ਮਤਲਬ ਹੁਕਮ, ਚੇਤਿਓ ਦਾ ਮਤਲਬ ਚੇਤੇ ਨਹੀਂ ਰੱਖਿਆ। ਸੇ ਬਹਿਨ ਨਾ ਮਿਲਣੀ ਪਾਸ ਦਾ ਮਤਲਬ ਉਹ ਹਰੀ ਦੀ ਹਜ਼ੂਰੀ ਵਿੱਚ ਉਹਨਾਂ ਨੂੰ ਬਹਿਣਾ ਨਹੀਂ ਮਿਲਦਾ। ਜਿਨ੍ਹਾਂ ਨੇ ਸਤਿਗੁਰੂ ਦੇ ਸਨਮੁਖ ਹੋ ਕੇ ਰੱਬੀ ਹੁਕਮ ਨੂੰ ਚੇਤੇ ਨਹੀਂ ਰੱਖਿਆ, ਰੱਬ ਨੂੰ ਚੇਤੇ ਨਹੀਂ ਰੱਖਿਆ, ਰੱਬੀ ਗੁਣਾਂ ਨੂੰ ਚੇਤੇ ਨਹੀਂ ਰੱਖਿਆ, ਜਿਨ੍ਹਾਂ ਦੇ ਚੇਤੇ ਵਿੱਚ ਰੱਬ ਨਹੀਂ, ਜਿਨ੍ਹਾਂ ਦੇ ਚੇਤੇ ਵਿੱਚ ਰੱਬੀ ਗੁਣ ਨਹੀਂ, ਜਿਨ੍ਹਾਂ ਦੇ ਚੇਤੇ ਵਿੱਚ ਇਹ ਨਹੀਂ ਕਿ ਮੈਂ ਰੱਬੀ ਹੁਕਮ ਦੇ ਵਿੱਚ ਚੱਲਣਾ ਹੈ, ਗੁਰੂ ਦੇ ਦੱਸੇ ਰਾਹ ਤੇ ਜੋ ਨਹੀਂ ਚੱਲੇ, ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਜਿਨ੍ਹਾਂ ਨੇ ਰੱਬੀ ਗੁਣਾਂ ਨੂੰ ਚੇਤੇ ਵਿੱਚ ਨਹੀਂ ਰੱਖਿਆ, ਸੇ ਬਹਿਨ ਨਾ ਮਿਲਣੀ ਪਾਸ, ਉਹਨਾਂ ਨੂੰ ਰੱਬ ਕੋਲ ਬਹਿਣਾ ਨਹੀਂ ਮਿਲਦਾ। ਭਾਵ ਉਹ ਰੱਬ ਵਿੱਚ ਅਭੇਦ ਨਹੀਂ ਹੁੰਦੇ, ਉਹਨਾਂ ਦਾ ਰੱਬ ਦੇ ਨਾਲ ਮਿਲਾਪ ਨਹੀਂ ਹੁੰਦਾ, ਕਿਉਂਕਿ ਉਹਨਾਂ ਨੇ ਗੁਣਾਂ ਨੂੰ ਚੇਤੇ ਹੀ ਨਹੀਂ ਰੱਖਿਆ, ਰੱਬੀ ਹੁਕਮ ਨੂੰ ਚੇਤੇ ਹੀ ਨਹੀਂ ਰੱਖਿਆ। ਤੇ ਜੋ ਹੁਕਮ ਦੇ ਅੰਦਰ ਤੁਰੇ ਹੀ ਨਹੀਂ, ਉਹਨਾਂ ਦਾ ਮਿਲਾਪ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਦੁੱਖ ਲਾਗਾ ਬਹੁ ਅਤ ਘਣਾ, ਪੁੱਤ ਕਲਤ ਨਾ ਸਾਥ ਕੋਈ ਜਾਸ। ਪੁੱਤ ਦਾ ਮਤਲਬ ਔਲਾਦ, ਪੁੱਤਰ। ਕਲਤ ਦਾ ਮਤਲਬ ਔਰਤ, ਘਰ ਵਾਲੀ। ਦੁੱਖ ਲਾਗਾ ਬਹੁ ਅਤ ਘਣਾ, ਮਨਮੁਖਤਾ ਦੇ ਕਾਰਨ, ਮਤਲਬ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਨਾ ਬਿਤਾਣੀ, ਗੁਣਾਂ ਦੇ ਧਾਰਨੀ ਨਾ ਹੋਣਾ, ਰੱਬੀ ਰਜ਼ਾ ਦੇ ਵਿੱਚ ਨਾ ਤੁਰਨਾ, ਇਸ ਮਨਮੁਖਤਾ ਦੇ ਕਾਰਨ, ਵਿਕਾਰਾਂ ਦੇ ਕਾਰਨ ਬਹੁਤ ਦੁੱਖ ਲੱਗਦਾ ਹੈ ਬੰਦੇ ਨੂੰ, ਬਹੁਤ ਦੁਖੀ ਹੁੰਦਾ ਹੈ ਬੰਦਾ। ਤੇ ਜਿਨ੍ਹਾਂ ਵਾਸਤੇ ਪਾਪ ਕਮਾਉਂਦਾ ਸੀ, ਜਿਨ੍ਹਾਂ ਦੇ ਮੋਹ ਕਰਕੇ ਨੇ ਰੱਬ ਨੂੰ, ਰੱਬੀ ਗੁਣਾਂ ਨੂੰ ਵਿਸਾਰਿਆ ਸੀ, ਪੁੱਤ ਕਲਤ ਨਾ ਸਾਥ ਕੋਈ ਜਾਸ, ਕੋਈ ਧੀ ਪੁੱਤਰ, ਕੋਈ ਪਤਨੀ ਆਦਿਕ ਇਹਦੇ ਨਾਲ ਨਹੀਂ ਜਾਂਦੇ, ਯਾਨੀ ਸदैवी ਸਾਥੀ ਨਹੀਂ। ਪਹਿਲੀ ਗੱਲ। ਦੂਜੀ ਗੱਲ ਹੈ ਕਿ ਆਤਮਿਕ ਜੀਵਨ ਦੇ ਅੰਦਰ ਇਹ ਸਾਥ ਨਹੀਂ ਦਿੰਦੇ। ਹੁਣ ਮੈਂ ਆਪਣੇ ਬੱਚਿਆਂ ਕਰਕੇ ਜੇ ਮੈਂ ਠੱਗੀਆਂ ਮਾਰਾਂ, ਚੋਰੀਆਂ ਕਰਾਂ, ਬੇਈਮਾਨੀ ਕਰਾਂ, ਤਾਂ ਮੇਰੇ ਬੱਚੇ ਮੈਨੂੰ ਆਤਮਿਕ ਜੀਵਨ ਥੋੜੀ ਦੇ ਸਕਦੇ ਨੇ। ਮੇਰੇ ਬੱਚੇ ਮੈਨੂੰ ਆਤਮਿਕ ਜੀਵਨ ਮੌਤੇ ਮਰਨ ਤੋਂ ਥੋੜੀ ਬਚਾ ਸਕਦੇ ਨੇ। ਆਤਮਿਕ ਮੌਤੇ ਮਰਨ ਤੋਂ ਤਾਂ ਮੈਨੂੰ ਰੱਬੀ ਗੁਣ ਬਚਾ ਸਕਦੇ ਨੇ ਨਾ, ਗੁਰੂ ਦਾ ਗਿਆਨ ਬਚਾ ਸਕਦਾ ਹੈ। ਜੇ ਮੈਂ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਵਾਂ, ਸੱਚ ਦਾ, ਦਇਆ ਦਾ, ਧਰਮ ਦਾ ਧਾਰਨੀ ਹੋਵਾਂ, ਤਾਂ ਇਹ ਗੁਣ ਮੈਨੂੰ ਬਚਾ ਸਕਦੇ ਨੇ ਆਤਮਿਕ ਮੌਤੇ ਮਰਨ ਤੋਂ। ਮੇਰੇ ਬੱਚੇ ਤੇ ਨਹੀਂ ਨਾ ਬਚਾ ਸਕਦੇ। ਹਾਂ, ਮੇਰੇ ਬੱਚੇ ਸਲਾਹ ਦੇ ਸਕਦੇ ਨੇ ਕਿ ਡੈਡੀ ਤੁਸੀਂ ਗਲਤ ਕਰ ਰਹੇ ਹੋ ਤੇ ਨਾ ਕਰੋ, ਸਿਰਫ ਸਲਾਹ ਦੇ ਸਕਦੇ ਨੇ, ਪਰ ਆਤਮਿਕ ਮੌਤੇ ਮਰਨ ਤੋਂ ਤਾਂ ਮੈਨੂੰ ਗੁਣ ਹੀ ਬਚਾਣਗੇ ਨਾ, ਗੁਰੂ ਦਾ ਦੱਸਿਆ ਹੋਇਆ ਰਾਹ ਹੀ ਬਚਾਏਗਾ। ਇਸ ਲਈ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੋ ਮਨਮੁਖਤਾ ਦੇ ਕਾਰਨ ਵਿਕਾਰ ਕਮਾਉਂਦੇ ਨੇ, ਉਹਨਾਂ ਦੇ ਜੀਵਨ ਵਿੱਚ ਫਿਰ ਬਹੁਤ ਦੁੱਖ ਪੈਦਾ ਹੋ ਜਾਂਦੇ ਨੇ, ਔਰ ਧੀਆਂ ਪੁੱਤਰ ਆਦਿਕ ਜਿਹੜੇ ਨੇ ਜਿਨ੍ਹਾਂ ਵਾਸਤੇ ਉਹਨੇ ਪਾਪ ਕਮਾਏ ਸਨ, ਉਹ ਆਤਮਿਕ ਜੀਵਨ ਵਿੱਚ ਸਾਥੀ ਨਹੀਂ ਬਣਦੇ। ਲੋਕਾਂ ਵਿੱਚ ਮੂੰਹ ਕਾਲਾ ਹੋਆ, ਅੰਦਰ ਉੱਭੇ ਸਾਸ। ਉੱਭੇ ਸਾਸ ਦਾ ਮਤਲਬ ਹੁੰਦਾ ਹੈ ਹੌਕੇ ਲੈਣਾ, ਡਰ ਚਿੰਤਾ ਕਰਕੇ ਰੋਕ ਰੋਕ ਕੇ ਆਉਣਾ ਨਾ ਸਾਹ, ਜਦੋਂ ਬੰਦੇ ਨੂੰ ਬੜਾ ਫਿਕਰ ਜਿਹਾ ਹੁੰਦਾ ਹੈ, ਡਰ ਹੁੰਦਾ ਹੈ ਤੇ ਸਾਹ ਹੀ ਨਹੀਂ ਆਉਂਦਾ, ਬੰਦਾ ਫਿਰ ਹੌਕੇ ਲੈਂਦਾ ਹੈ। ਉੱਭੇ ਸਾਸ ਦਾ ਮਤਲਬ ਹੈ ਹੌਕੇ ਲੈਣਾ। ਫਿਰ ਐਸਾ ਇਨਸਾਨ ਜੋ ਰੱਬੀ ਗੁਣਾਂ ਦਾ ਧਾਰਨੀ ਨਹੀਂ, ਇਨਸਾਨੀਅਤ ਨਹੀਂ, ਰੱਬੀ ਰਜ਼ਾ ਵਿੱਚ ਨਹੀਂ ਤੁਰਿਆ, ਗੁਰਬਾਣੀ ਮੁਤਾਬਕ ਜ਼ਿੰਦਗੀ ਨਹੀਂ ਜੀਵੀ, ਚੰਗਾ ਜੀਵਨ ਨਹੀਂ ਜੀਵਿਆ, ਸੱਚ ਦੇ ਰਾਹਾਂ ਤੇ ਨਹੀਂ ਤੁਰਿਆ, ਰੱਬੀ ਗੁਣਾਂ ਨੂੰ ਭੁਲਾ ਦਿੱਤਾ। ਲੋਕਾਂ ਵਿੱਚ ਮੂੰਹ ਕਾਲਾ ਹੋਆ ਦਾ ਮਤਲਬ ਉਹਦੀ ਲੋਕਾਂ ਵਿੱਚ ਬੇਇੱਜ਼ਤੀ ਹੁੰਦੀ ਹੈ, ਨਮੋਸ਼ੀ ਹੁੰਦੀ ਹੈ, ਉਹਨੂੰ ਲੋਕਾਂ ਵਿੱਚ ਨੀਵਾਂ ਵੇਖਣਾ ਪੈਂਦਾ ਹੈ, ਇਨਸਲਟ ਹੁੰਦੀ ਹੈ। ਅੰਦਰ ਉੱਭੇ ਸਾਸ ਤੇ ਅੰਤਰ ਆਤਮੇ ਉਹ ਹੌਕੇ ਲੈਂਦਾ ਹੈ, ਅੰਦਰ ਪਛਤਾਉਂਦਾ ਹੈ, ਆਂਤਰਿਕ ਤੌਰ ਤੇ, ਮਾਨਸਿਕ ਤੌਰ ਤੇ ਵੀ ਉਹ ਦੁਖੀ ਹੁੰਦਾ ਹੈ, ਹੌਕੇ ਲੈਂਦਾ ਹੈ, ਦੁਖੀ ਹੁੰਦਾ ਹੈ, ਮਾਨਸਿਕ ਤੌਰ ਤੇ ਪਰੇਸ਼ਾਨ। ਬਾਹਰੀ ਤੌਰ ਤੇ ਬੇਇੱਜ਼ਤੀ ਹੁੰਦੀ ਹੈ, ਔਰ ਅੰਦਰ ਜੋ ਮਾਨਸਿਕ ਤੌਰ ਤੇ ਬੰਦਾ ਫਿਰ
ਪਰੇਸ਼ਾਨ ਹੋ ਜਾਂਦਾ ਹੈ ਜਦੋਂ ਬੰਦਾ ਗੁਣਾਂ ਨੂੰ ਭੁਲਾ ਕੇ ਔਗੁਣਾਂ ਦੇ ਨਾਲ। ਮਨ ਮੁਖਾਂ ਨੂੰ ਕੋ ਨਾ ਵਿਸਹੀ, ਚੁੱਕ ਗਿਆ ਵੇ ਸਾਸ। ਵਿਸਹੀ ਦਾ ਮਤਲਬ ਵਿਸਾਹ ਕਰਨਾ, ਵਿਸ਼ਵਾਸ ਕਰਨਾ। ਚੁੱਕ ਗਿਆ ਵਿਸਾਸ, ਵਿਸਾਸ ਦਾ ਮਤਲਬ ਵਿਸ਼ਵਾਸ, ਇਤਬਾਰ। ਮਨਮੁਖਾਂ ਨੂੰ ਕੋ ਨਾ ਵਿਸਹੀ, ਮਨਮੁਖਾਂ ਦਾ ਕੋਈ ਵਿਸਾਹ ਨਹੀਂ ਕਰਦਾ, ਉਹਨਾਂ ਦਾ ਇਤਬਾਰ ਮੁੱਕ ਜਾਂਦਾ ਹੈ, ਉਹਨਾਂ ਦੇ ਉੱਤੇ ਇਤਬਾਰ ਨਹੀਂ ਰਹਿੰਦਾ। ਜੋ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਹੈ ਨਾ, ਜੋ ਆਪ ਖੁਦਰਾ ਹੈ, ਜੋ ਧਰਮ ਦੇ ਨਿਯਮਾਂ ਨੂੰ ਵੀ ਤੋੜਦਾ ਹੈ, ਕਿਸੇ ਦੇਸ਼ ਦੇ ਕਾਨੂੰਨਾਂ ਨੂੰ ਤੋੜਦਾ ਹੈ, ਸਮਾਜਿਕ ਨਿਯਮਾਂ ਨੂੰ ਤੋੜਦਾ ਹੈ, ਜੋ ਆਪ ਖੁਦਰਾ ਹੈ, ਜਿਨੇ ਆਪਣੀ ਹੀ ਮਰਜ਼ੀ ਕਰਨੀ ਹੈ, ਜਿਸ ਦੇ ਅੰਦਰ ਸ਼ੁਭ ਗੁਣ ਨਹੀਂ, ਜਿਸ ਦੇ ਅੰਦਰ ਸੱਚਾਈ ਨਹੀਂ, ਦਇਆ ਪ੍ਰੇਮ ਨਹੀਂ, ਮਨਮੁਖਤਾ ਵਾਲੇ ਰਾਸਤੇ ਤੇ ਚੱਲ ਰਿਹਾ ਹੈ, ਉਹਦਾ ਕੋਈ ਵਿਸ਼ਵਾਸ ਨਹੀਂ ਕਰਦਾ, ਉਹਦਾ ਵਿਸ਼ਵਾਸ ਚੁੱਕ ਜਾਂਦਾ ਹੈ, ਖਤਮ ਹੋ ਜਾਂਦਾ ਹੈ, ਬੇਵਿਸ਼ਵਾਸਾ ਹੋ ਜਾਂਦਾ ਹੈ। ਔਰ ਹਕੀਕਤ ਹੈ ਬੰਦੇ ਨੂੰ ਬੰਦੇ ਤੇ ਵਿਸ਼ਵਾਸ ਹੋਣਾ ਚਾਹੀਦਾ ਸੀ, ਪਰ ਇਹ ਤਾਂ ਹੋਣਾ ਸੀ ਜੇ ਬੰਦਾ ਬੰਦਾ ਬਣ ਕੇ ਰਹਿੰਦਾ, ਬੰਦੇ ਦੇ ਅੰਦਰ ਇਨਸਾਨੀਅਤ ਹੁੰਦੀ ਤਾਂ ਬੰਦੇ ਦਾ ਵਿਸ਼ਵਾਸ ਬੰਦੇ ਨੇ ਕਰਨਾ ਸੀ। ਪਰ ਅੱਜ ਕਿਉਂਕਿ ਬੰਦੇ ਦੇ ਅੰਦਰ ਇਨਸਾਨੀਅਤ ਨਹੀਂ ਰਹੀ, ਨਰੂ ਮਰੇ, ਅੰਦਰੋਂ ਇਨਸਾਨੀਅਤ ਮਰ ਗਈ, ਇਹਨੇ ਬੇਵਿਸ਼ਵਾਸੀ ਵਾਲੇ ਕਰਮ ਕੀਤੇ, ਤਾਂ ਬੰਦੇ ਦਾ ਵਿਸ਼ਵਾਸ ਹੀ ਨਹੀਂ ਰਿਹਾ। ਆਪਾਂ ਕਲਾਸ ਤੋਂ ਪਹਿਲਾਂ ਚਾਹ ਪਾਣੀ ਦੀ ਗੱਲ ਕਰ ਰਹੇ ਸਨ, ਲੋਕ ਪੁੱਛਦੇ ਨੇ, ਦੇਖੋ ਸਾਡਾ ਵਿਸ਼ਵਾਸ ਅਸੀਂ ਕਿੱਥੇ ਜਾ ਖੜੇ ਹਾਂ। ਬਾਕੀ ਤਾਂ ਪੈਸੇ ਦੀ, ਪ੍ਰਾਪਰਟੀ ਦਾ ਵਿਸ਼ਵਾਸ ਤੇ ਕਰਨਾ ਬਹੁਤ ਦੂਰ ਦੀ ਗੱਲ ਹੈ ਨਾ। ਹੁਣ ਮੈਂ ਤੁਹਾਡੇ ਘਰ ਜਾਣਾ, ਤੁਸੀਂ ਮੈਨੂੰ ਕਹਿੰਦੇ ਹੋ ਭਾਈ ਸਾਹਿਬ ਚਾਹ ਦਾ ਕੱਪ ਪੀ ਲਓ, ਤੇ ਮੈਂ ਕਹਿੰਦਾ ਨਹੀਂ ਮੈਂ ਚਾਹ ਪੈਣ ਪੀ ਕੇ ਆਇਆ, ਜਾਂ ਵੀਰ ਮੈਂ ਚਾਹ ਪੀ ਕੇ ਆਇਆ, ਹਾਲੇ ਹੁਣੇ ਪੀ ਕੇ ਆਇਆ, ਤੇ ਤੁਸੀਂ ਫਿਰ ਕਹਿੰਦੇ ਵੇਖੋ ਗਿਆਨ ਜੀ ਝੂਠ ਨਾ ਬੋਲਿਆ ਜੀ, ਐਵੇਂ ਨਾ ਕਰਿਆ ਜੇ, ਆਪਣਾ ਘਰ ਪੀ ਲਓ, ਲੈ ਲਓ ਕੱਪ, ਐਵੇਂ ਨਾ ਕਰਿਆ ਜੇ। ਯਾਨੀ ਮੇਰਾ ਇੰਨਾ ਵੀ ਵਿਸ਼ਵਾਸ ਨਹੀਂ ਕਿ ਮੈਂ ਚਾਹ ਪੀ ਕੇ ਆਇਆ ਕਿਉਂ, ਕਿਉਂਕਿ ਬੰਦਾ ਇੱਥੇ ਆ ਖੜਿਆ ਨਾ, ਇਹੋ ਜਿਹੇ ਹਾਲਾਤ ਪੈਦਾ ਕਰ ਲਏ ਨੇ, ਬੰਦੇ ਦਾ ਇੰਨਾ ਵੀ ਵਿਸ਼ਵਾਸ ਨਹੀਂ ਕੀਤਾ ਜਾ ਰਿਹਾ ਕਿ ਚਾਹ ਪੀ ਕੇ ਆਇਆ ਕਿ ਨਹੀਂ ਆਇਆ। ਚਾਹੀਦਾ ਤੇ ਇਹ ਸੀ ਕਿ ਬੰਦੇ ਦਾ ਵਿਸ਼ਵਾਸ ਹੁੰਦਾ ਕਿ ਜੋ ਕੁਝ ਬੰਦਾ ਕਹਿ ਰਿਹਾ ਨਾ ਉਹ ਬਿਲਕੁਲ ਸੱਚ ਕਹਿ ਰਿਹਾ ਹੈ, ਤੇ ਅਸੀਂ ਤੇ ਇੱਥੇ ਆ ਖੜਿਆ ਵੀ ਚਾਹ ਪਾਣੀ ਦਾ ਵਿਸ਼ਵਾਸ ਵੀ ਨਹੀਂ ਰਿਹਾ। ਔਰ ਕਿੰਨੀਆਂ ਵੱਡੀਆਂ ਵੱਡੀਆਂ ਬੇਵਿਸ਼ਵਾਸੀਆਂ ਨੇ। ਆਨੰਦ ਕਾਰਜ ਵਗੈਰਾ ਜੋ ਵਿਆਹ ਨੇ, ਚਾਹੇ ਉਹ ਹਿੰਦੂ ਮੁਸਲਮਾਨਾਂ ਸਿੱਖਾਂ ਦੇ ਨੇ, ਇਹ ਰਜਿਸਟਰਡ ਕਿਉਂ ਹੋਣ ਲੱਗ ਗਏ ਨੇ? ਵਿਆਹ ਰਜਿਸਟਰਡ ਹੋਣ ਦਾ ਕਾਰਨ ਕੀ ਹੈ? ਕਿਉਂਕਿ ਪਹਿਲਾਂ ਲੋਕੀ ਵਿਆਹ ਕਰਾਉਂਦੇ ਸਨ ਤੇ ਵਿਆਹ ਨੂੰ ਨਿਭਾਉਂਦੇ ਸਨ, ਲੇਕਿਨ ਬਾਅਦ ਦੇ ਅੰਦਰ ਜਿਵੇਂ ਜਿਵੇਂ ਜੀਵਨ ਦੇ ਅੰਦਰ ਤਬਦੀਲੀਆਂ ਆਈਆਂ, ਕਿਤੇ ਵਿਆਹਾਂ ਦੇ ਵਿੱਚ ਗੜਬੜ ਹੋਣ ਲੱਗ ਗਈ, ਤੇ ਬੰਦਾ ਮੁੱਕਰ ਗਿਆ ਕਿ ਮੈਂ ਤੇ ਇਹਦੇ ਨਾਲ ਵਿਆਹ ਕਰਾਇਆ ਹੀ ਨਹੀਂ, ਧੋਖਾ ਦੇ ਦੇਵੇ, ਤਾਂ ਹੌਲੇ ਹੌਲੇ ਫਿਰ ਵਿਆਹ ਜਿਹੜੇ ਨੇ ਉਹ ਰਜਿਸਟਰਡ ਹੋਣ ਲੱਗ ਗਏ। ਕੋਈ ਮੁੱਕਰ ਨਹੀਂ ਸਕਦਾ। ਹੁਣ ਜੇ ਮੁੱਕਰਦਾ ਹੈ ਤਾਂ ਫਿਰ ਉਹਨੂੰ, ਵਿਆਹ ਤੋੜਦਾ ਹੈ ਤਾਂ ਉਹਨੂੰ ਹਿੱਸਾ ਵੰਡ ਕੇ ਦੇਣਾ ਪੈਂਦਾ। ਵਿਆਹ ਰਜਿਸਟਰਡ ਹੋਣ ਦਾ ਕਾਰਨ ਹੀ ਇਹ ਹੈ ਕਿ ਬੰਦੇ ਦਾ ਵਿਸ਼ਵਾਸ ਹੀ ਨਹੀਂ ਨਾ ਰਿਹਾ, ਇੱਥੇ ਜਾ ਕੇ ਬੰਦਾ ਖਲੋ ਗਿਆ ਹੈ। ਔਰ ਇਹ ਬੇਵਿਸ਼ਵਾਸੀ ਕਿਉਂ ਹੋਈ ਹੈ? ਇਹ ਬੇਵਿਸ਼ਵਾਸੀ ਇਸ ਕਰਕੇ ਕਿ ਮਨਮੁਖਤਾ ਦੇ ਕਾਰਨ। ਜਿੰਨੇ ਵੀ ਹੁਣ ਘਰਾਂ ਵਿੱਚ, ਬਾਜ਼ਾਰਾਂ ਵਿੱਚ, ਦੁਕਾਨਾਂ ਤੇ CCTV ਕੈਮਰੇ ਲਾਉਣ ਦੀ ਕੀ ਲੋੜ ਹੈ? ਕਿਉਂਕਿ ਵਿਸ਼ਵਾਸ ਨਹੀਂ ਨਾ, ਬੰਦਾ ਕੌਣ ਆਣ ਕੇ ਕਦੋਂ ਚੋਰੀ ਕਰਦਾ ਹੈ, ਇਹ ਬੇਵਿਸ਼ਵਾਸੀ ਦਾ ਪ੍ਰਤੱਖ ਸਬੂਤ ਹੈ। ਔਰ ਫਿਰ ਗੁਰਦੁਆਰੇ, ਮੰਦਿਰ, ਮਸਜਿਦਾਂ ਦੇ ਵਿੱਚ ਕੈਮਰੇ ਲੱਗੇ ਨੇ, ਸਿਕਿਉਰਿਟੀ ਅਲਾਰਮ, ਸਿਕਿਉਰਿਟੀ ਕੈਮਰੇ, ਇਹ ਮਨਮੁਖਤਾ ਦਾ, ਬੇਵਿਸ਼ਵਾਸੀ ਦਾ ਸਬੂਤ ਹੈ ਕਿ ਬੰਦਾ ਧਰਮ ਸਥਾਨ ਵਿੱਚ ਆ ਕੇ ਵੀ ਕੋਈ ਗੜਬੜ ਕਰ ਸਕਦਾ ਹੈ। ਉਹ ਬੇਵਿਸ਼ਵਾਸੀ ਦੇ ਕਾਰਨ ਕੈਮਰੇ ਲਗਾਉਣੇ ਪੈਂਦੇ। ਇੱਥੇ ਬੰਦਾ ਆ ਕੇ ਖੜ ਗਿਆ। ਤਾਂ ਮਨਮੁਖਾਂ ਨੂੰ ਕੋ ਨਾ ਵਿਸਹੀ, ਚੁੱਕ ਗਿਆ ਵਿਸਾਸ। ਜੋ ਆਪ ਖੁਦਰੇ ਮਨੁੱਖ ਨੇ, ਉਹਨਾਂ ਦਾ ਵਿਸ਼ਵਾਸ ਨਹੀਂ ਰਹਿੰਦਾ, ਉਹਨਾਂ ਦਾ ਵਿਸ਼ਵਾਸ ਮੁੱਕ ਜਾਂਦਾ ਹੈ। ਤਾਂ ਇੱਥੇ ਜ਼ਰੂਰਤ ਹੈ ਅੱਜ ਦੇ ਬੰਦੇ ਨੂੰ, ਜਿਹਦੇ ਵਿੱਚ ਅਸੀਂ ਵੀ ਸ਼ਾਮਲ ਹਾਂ, ਬੰਦੇ ਨੂੰ ਐਸੀ ਜ਼ਿੰਦਗੀ ਜੀਣੀ ਚਾਹੀਦੀ ਵਿਸ਼ਵਾਸ ਵਾਲੀ। ਦੇਖੋ ਅਸੀਂ ਅਰਦਾਸ ਕਰਦੇ ਹਾਂ ਨਾ, ਤਾਂ ਦੋ ਸ਼ਬਦ ਅਸੀਂ ਰੋਜ਼ ਬੋਲਦੇ ਹਾਂ ਅਰਦਾਸ ਵਿੱਚ, ਵਿਸਾਦਾਨ ਔਰ ਭਰੋਸਾਦਾਨ। ਹੁਣ ਵਿਸਾਹ ਔਰ ਭਰੋਸਾ ਦਾ ਮੀਨਿੰਗ ਤਾਂ ਇੱਕੋ ਹੀ ਹੈ, ਵਿਸ਼ਵਾਸ, ਪਰ ਦੋ ਵਾਰੀ ਕਿਉਂ ਬੋਲਦੇ ਆ? ਉਹਦਾ ਕਾਰਨ ਇਹ ਹੈ, ਵਿਸਾਹ ਔਰ ਭਰੋਸੇ ਦਾ, ਉਹਦਾ ਮਤਲਬ ਇਹ ਹੈ ਕਿ ਤੁਸੀਂ ਮੇਰੇ ਤੇ ਭਰੋਸਾ ਕਰੋ, ਮੇਰੇ ਤੇ ਭਰੋਸਾ ਕਰੋ। ਤੇ ਵਿਸਾਹ ਦਾ ਮਤਲਬ ਕਿ ਮੈਂ ਵਿਸ਼ਵਾਸ ਦਾ ਪਾਤਰ ਵੀ ਹੋਵਾਂ, ਮੈਂ ਵੀ ਵਿਸ਼ਵਾਸ ਦਾ ਪਾਤਰ ਬਣਾ, ਮੈਂ ਜਿਹਦੇ ਤੇ ਵਿਸ਼ਵਾਸ ਕਰਾਂ ਉਹ ਵਿਸ਼ਵਾਸ ਦਾ ਪਾਤਰ ਵੀ ਹੋਵੇ। ਹੁਣ ਤੁਸੀਂ ਤੇ ਮੇਰੇ ਤੇ ਭਰੋਸਾ ਕਰ ਲਓ ਤੇ ਮੈਂ ਵਿਸ਼ਵਾਸ ਦਾ ਪਾਤਰ ਹੀ ਨਾ ਹੋਵਾਂ, ਧੋਖਾ ਦੇ ਜਾਵਾਂ ਫਿਰ। ਇਸ ਲਈ ਬੰਦਾ ਵਿਸ਼ਵਾਸ ਵੀ ਕਰੇ ਔਰ ਬੰਦਾ ਵਿਸ਼ਵਾਸ ਦਾ ਪਾਤਰ ਵੀ ਬਣੇ। ਮੈਂ ਤੁਹਾਡੇ ਤੇ ਵਿਸ਼ਵਾਸ ਕਰਾਂ ਔਰ ਤੁਸੀਂ ਵਿਸ਼ਵਾਸ ਦੇ ਪਾਤਰ ਹੋਵੋ, ਵਿਸ਼ਵਾਸ ਕਰਨ ਯੋਗ ਬਣੋ। ਤੁਸੀਂ ਮੇਰੇ ਤੇ ਵਿਸ਼ਵਾਸ ਕਰੋ
ਤੇ ਮੈਂ ਵਿਸ਼ਵਾਸ ਦਾ ਪਾਤਰ ਹੋਵਾਂ, ਵਿਸ਼ਵਾਸਯੋਗ ਹੋਵਾਂ, ਇੰਨਾ ਭਰੋਸਾ ਹੋਏ ਕਿ ਜੋ ਇਹ ਬੰਦਾ ਕਹਿ ਰਿਹਾ ਇਸੇ ਤਰ੍ਹਾਂ ਹੀ ਹੋਏਗਾ। ਬੰਦੇ ਨੂੰ ਇੱਥੇ ਪਹੁੰਚਣਾ ਚਾਹੀਦਾ ਹੈ, ਇੱਧਰ ਤੁਰਨਾ ਚਾਹੀਦਾ ਹੈ, ਲੇਕਿਨ ਬੰਦਾ ਹੋਰ ਗਲਤ ਵਾਲੇ ਪਾਸੇ ਜਾ ਰਿਹਾ ਹੈ। ਗੁਰੂ ਜੀ ਸਾਡੀ ਸੋਚ ਨੂੰ ਮਹਾਨ ਵਿਸ਼ਾਲ ਕਰ ਦੇਣਾ ਚਾਹੁੰਦੇ ਨੇ। ਤੇ ਜਿਸ ਬੰਦੇ ਦਾ ਵਿਸ਼ਵਾਸ ਹੀ ਨਹੀਂ ਹੈ, ਜਿਹੜਾ ਬੰਦਾ ਵਿਸ਼ਵਾਸ ਦਾ ਪਾਤਰ ਹੀ ਨਹੀਂ ਰਿਹਾ, ਤੇ ਉਹ ਬੰਦਾ ਕਹੇ ਕਿ ਮੈਂ ਰੱਬ ਨੂੰ ਮਿਲਣਾ ਹਾਂ, ਉਹ ਬੰਦਾ ਕਹੇ ਮੇਰੀ ਜ਼ਿੰਦਗੀ ਸੁਖ ਸ਼ਾਂਤੀ ਆ ਜਾਏ, ਤਾਂ ਹਾਸੋਹੀਣੀ ਗੱਲ ਹੈ ਨਾ। ਜਿਹੜਾ ਬੰਦਾ ਆਪਣਿਆਂ ਦਾ ਵਿਸ਼ਵਾਸ ਨਹੀਂ ਪਾ ਪਾਇਆ, ਆਪਣਿਆਂ ਦਾ ਪਿਆਰ ਨਹੀਂ ਪਾ ਪਾਇਆ, ਜੋ ਆਮ ਬੰਦੇ ਦੀ ਨਜ਼ਰ ਵਿੱਚ ਪ੍ਰਵਾਨ ਨਹੀਂ ਚੜ ਪਾਇਆ, ਰੱਬ ਦੀ ਨਜ਼ਰ ਵਿੱਚ ਪ੍ਰਵਾਨ, ਤਾਂ ਮਨਮੁਖਾਂ ਨੂੰ ਉਹ ਨਾ ਵੀ ਸਹੀ ਚੁੱਕ ਗਿਆ ਵੇ ਸਾਸ। ਨਾਨਕ ਗੁਰਮੁਖਾਂ ਨੂੰ ਸੁਖ ਅਗਲਾ, ਜਿਨ੍ਹਾਂ ਅੰਤਰ ਨਾਮ ਨਿਵਾਸ। ਅਗਲਾ ਦਾ ਮਤਲਬ ਹੁੰਦਾ ਬਹੁਤ ਜ਼ਿਆਦਾ। ਗੁਰਮੁਖਾਂ ਨੂੰ, ਗੁਰਮੁਖਾਂ ਦਾ ਮਤਲਬ ਜੋ ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਜੀਂਦੇ ਨੇ, ਜੋ ਗੁਰੂ ਅਨੁਸਾਰੀ ਨੇ, ਜੋ ਗਿਆਨ ਗੁਰੂ ਦੀ ਅਗਵਾਈ ਵਿੱਚ ਜ਼ਿੰਦਗੀ ਜੀਂਦੇ ਨੇ, ਜਿਨ੍ਹਾਂ ਦਾ ਜੀਵਨ ਅੰਦਰੋਂ ਬਾਹਰੋਂ ਸੱਚਾ ਹੈ, ਜੋ ਮਨ ਬਚਨ ਕਰਮ ਕਰਕੇ ਸੱਚ ਦੇ ਧਾਰਨੀ ਨੇ, ਜਿਨ੍ਹਾਂ ਨੂੰ ਜਪਜੀ ਸਾਹਿਬ ਵਿੱਚ ਪੰਜ ਕਿਹਾ ਹੈ, ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਚੇ ਪਾਵੇਂ ਦਰਗਾਹ ਮਾਨ। ਪੰਜ ਸਿਰਮੌਰ, ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲੇ, ਮਨ ਬਚਨ ਕਰਮ ਕਰਕੇ ਗੁਰਮਤ ਦੇ ਧਾਰਨੀ, ਉਹਨਾਂ ਨੂੰ ਸੁਖ ਅਗਲਾ ਦਾ ਮਤਲਬ ਬਹੁਤ ਜ਼ਿਆਦਾ ਸੁਖ ਮਿਲਦਾ ਹੈ। ਉਹ ਬਹੁਤ ਸੁਖੀ ਨੇ, ਉਹ ਸ਼ਾਂਤ ਨੇ, ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ, ਅੰਦਰੋਂ ਪਰੇਸ਼ਾਨ ਨਹੀਂ ਹਨ। ਉਹਨਾਂ ਨੂੰ ਬਾਹਰੋਂ ਵੀ ਸਤਿਕਾਰ ਮਿਲਦਾ ਹੈ ਤੇ ਅੰਦਰ ਵੀ ਉਹ ਸ਼ਾਂਤ ਨੇ, ਕਿਉਂਕਿ ਉਹਨਾਂ ਨੇ ਮਾੜਾ ਕੁਛ ਕੀਤਾ ਹੀ ਨਹੀਂ ਹੈ ਨਾ। ਤਾਂ ਜੋ ਗੁਰੂ ਅਨੁਸਾਰੀ ਨੇ, ਉਹਨਾਂ ਨੂੰ ਬਹੁਤ ਸੁਖ ਹੁੰਦਾ ਹੈ। ਕਿਉਂ ਹੁੰਦਾ ਹੈ? ਜਿਨ੍ਹਾਂ ਅੰਤਰ ਨਾਮ ਨਿਵਾਸ, ਉਹਨਾਂ ਗੁਰੂ ਪਿਆਰਿਆਂ ਨੂੰ, ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਰੱਬ ਦੀ ਸਿਫਤ ਸਲਾਹ ਦਾ ਨਿਵਾਸ ਹੈ। ਨਾਮ ਦਾ ਮਤਲਬ ਹੁਕਮ ਜਾਂ ਸਿਫਤ ਸਲਾਹ। ਉਹਨਾਂ ਦੇ ਅੰਦਰ ਰੱਬੀ ਗੁਣਾਂ ਦਾ ਨਿਵਾਸ ਹੈ। ਉਹਨਾਂ ਦੀ ਸੋਚ ਦੇ ਅੰਦਰ ਰੱਬੀ ਗੁਣ ਵਸੇ ਹੋਏ ਨੇ, ਉਹਨਾਂ ਦੀ ਸੋਚ ਰੱਬੀ ਹੁਕਮ ਦੇ ਅੰਦਰ ਚੱਲ ਰਹੀ ਹੈ। ਇਸ ਲਈ ਗੁਰਮੁਖਾਂ ਨੂੰ ਅਨੰਤ ਵੱਡਾ ਸੁਖ ਮਿਲਦਾ ਹੈ। ਮਹਿਲਾ ਤੀਜਾ, ਸੇ ਸੈਣ ਸੇ ਸੱਜਣਾ, ਜੇ ਗੁਰਮੁਖ ਮਿਲਹਿ ਸੁਭਾਏ। ਸੁਭਾਏ ਦਾ ਮਤਲਬ ਬੜੇ ਪਿਆਰ ਦੇ ਨਾਲ, ਚੰਗੇ ਪ੍ਰੇਮ ਦੇ ਨਾਲ। ਸੈਣ ਦਾ ਮਤਲਬ ਰਿਸ਼ਤੇਦਾਰ, ਸੱਜਣ ਦਾ ਮਤਲਬ ਮਿੱਤਰ, ਰਿਸ਼ਤੇਦਾਰ ਔਰ ਮਿੱਤਰ। ਹੁਣ ਦੇਖੋ, ਇਸ ਦੁਨੀਆ ਵਿੱਚ ਜ਼ਿੰਦਗੀ ਜੀਣ ਵਾਸਤੇ ਸਾਨੂੰ ਸੱਜਣਾ, ਮਿੱਤਰਾਂ ਔਰ ਰਿਸ਼ਤੇਦਾਰਾਂ ਦੀ ਜ਼ਰੂਰਤ ਹੁੰਦੀ ਹੈ। ਸੱਜਣਾ, ਮਿੱਤਰਾਂ, ਰਿਸ਼ਤੇਦਾਰਾਂ ਤੋਂ ਬਿਨਾਂ ਇਹ ਜ਼ਿੰਦਗੀ ਜਿਹੜੀ ਹੈ ਨਾ, ਮੇਲ ਮਿਲਾਪ ਤੋਂ ਬਿਨਾਂ ਚੱਲ ਨਹੀਂ ਸਕਦੀ। ਸੋਚੋ ਕਿ ਤੁਹਾਡੇ ਨਾਲ ਕੋਈ ਵੀ ਮਿਲਵਰਤਨ ਵਾਲਾ ਨਾ ਹੋਏ, ਕੋਈ ਇਸਤਰੀ, ਪੁਰਸ਼, ਬੱਚੀ, ਬੱਚਾ, ਜਵਾਨ, ਕੋਈ ਰਿਸ਼ਤੇਦਾਰ, ਨਾਨਕੇ, ਦਾਦਕੇ, ਸਹੁਰੇ, ਯਾਰ, ਦੋਸਤ, ਮਿੱਤਰ ਕੋਈ ਵੀ ਨਾ ਹੋਏ, ਤੁਹਾਨੂੰ ਇਕੱਲੇ ਨੂੰ ਛੱਡ ਦਿੱਤਾ ਜਾਏ ਕਿਤੇ। ਐਸੀ ਹਾਲਾਤ ਵਿੱਚ ਤੁਹਾਡਾ ਕੀ ਹਾਲ ਹੋਵੇਗਾ, ਜਾਂ ਮੇਰਾ ਜਾਂ ਤੁਹਾਡਾ ਕੀ ਹਾਲ ਹੋਵੇਗਾ? ਜੇਲ੍ਹਾਂ ਦੇ ਅੰਦਰ ਬੰਦੇ ਨੂੰ ਇਕੱਲਿਆਂ ਕੈਦ ਰੱਖਿਆ ਜਾਂਦਾ ਹੈ। ਸਭ ਤੋਂ ਜ਼ਿਆਦਾ ਵੱਡੀ ਸਖਤ ਸਜ਼ਾ ਇਹੀ ਹੁੰਦੀ ਹੈ। ਔਰ ਜੇਲ੍ਹਾਂ ਦੇ ਅੰਦਰ ਬਹੁਤ ਸਾਰੇ ਲੋਕ ਵਿਚਾਰੇ ਪਾਗਲ ਹੋ ਜਾਂਦੇ ਨੇ, ਮਾਨਸਿਕ ਪਰੇਸ਼ਾਨ ਹੋ ਜਾਂਦੇ, ਦਿਮਾਗੀ ਸੰਤੁਲਨ ਗਵਾ ਦਿੰਦੇ ਨੇ। ਇਕੱਲਾ ਬੰਦਾ ਤੇ ਪਾਗਲ ਹੀ ਹੋ ਜਾਏਗਾ। ਇਕੱਲਾ ਬੰਦਾ ਕਿਵੇਂ ਜ਼ਿੰਦਗੀ ਜੀਵੇਗਾ? ਮਨੁੱਖ ਸਮਾਜਿਕ ਪ੍ਰਾਣੀ ਹੈ, ਇਹਨੂੰ ਮਿਲਵਰਤਨ ਵਾਸਤੇ ਸੱਜਣ ਮਿੱਤਰ ਚਾਹੀਦੇ ਨੇ। ਤੇ ਸੱਜਣ ਮਿੱਤਰ ਕਿਉਂ ਚਾਹੀਦੇ ਨੇ, ਇਹਨਾਂ ਦੀ ਮਹਾਨਤਾ ਕੀ ਹੈ, ਇਹਦੇ ਬਾਰੇ ਜੇ ਵਿਸਥਾਰ ਨਾਲ ਸੁਣਨਾ ਹੋਏ ਤਾਂ YouTube ਤੇ ਆਪ ਮੇਰੇ ਕੁਝ ਲੈਕਚਰ ਨੇ, ਉਹ ਸੁਣ ਸਕਦੇ ਹੋ। ਪਰਿਵਾਰਿਕ ਰਿਸ਼ਤੇ, ਰਿਸ਼ਤਿਆਂ ਦੀ ਮਹਾਨਤਾ, ਇਹ ਮੈਂ ਪਲੇਲਿਸਟ ਦੇ ਵਿੱਚ ਹੈਗੀ, ਰਿਸ਼ਤਿਆਂ ਦੀ ਮਹਾਨਤਾ, ਉੱਥੇ ਸੁਣ ਸਕਦੇ ਹੋ। ਰਿਸ਼ਤੇ ਨਾਤੇ ਇਸ ਕਰਕੇ ਸਨ ਕਿ ਇਹਨਾਂ ਕਰਕੇ ਸਾਡੀ ਜ਼ਿੰਦਗੀ ਵਿੱਚ ਸੁੱਖ ਪੈਦਾ ਹੋਵੇ। ਯਾਰ ਦੋਸਤ ਇਸੇ ਕਰਕੇ ਹੁੰਦੇ ਨੇ, ਸਾਡੀ ਇੱਜ਼ਤ ਦੇ ਭਾਈਵਾਲ ਹੋਣ, ਸੁੱਖ ਦੁੱਖ ਦੀ ਸਾਂਝ ਹੋਵੇ, ਸਾਡੀ ਮੰਜ਼ਿਲ ਨਿਸ਼ਚਿਤ ਕਰਨ ਵਿੱਚ ਸਹਾਇਤਾ ਕਰਨ, ਮੰਜ਼ਿਲ ਤੇ ਪਹੁੰਚਣ ਵਾਸਤੇ ਸਾਨੂੰ ਸਹਿਯੋਗ ਦੇਣ, ਔਰ ਸਾਨੂੰ ਗਾਈਡ ਚੰਗਾ ਕਰ ਸਕਣ, ਸਾਨੂੰ ਸਾਥ ਦੇ ਸਕਣ, ਸਾਡੇ ਜ਼ਿੰਦਗੀ ਅੰਦਰ ਖੁਸ਼ੀਆਂ ਆ ਸਕਣ। ਇਸੇ ਕਰਕੇ ਸੱਜਣ ਮਿੱਤਰ ਨੇ ਨਾ। ਲੇਕਿਨ ਇੱਕ ਕੌੜੀ ਸੱਚਾਈ ਹੈ ਕਿ ਜਿੰਨਾ ਦੁੱਖ ਬੰਦੇ ਨੂੰ ਆਪਣਿਆਂ ਤੋਂ ਮਿਲਿਆ ਹੈ ਨਾ, ਉਹਨਾਂ ਪਰਾਇਆਂ ਤੋਂ ਨਹੀਂ ਮਿਲਿਆ। ਬਹੁਤੇ ਦੁੱਖ ਬੰਦੇ ਦੇ ਆਪਣਿਆਂ ਦੇ ਪੈਦਾ ਕੀਤੇ ਹੋਏ ਨੇ, ਫਿਰ ਉਹ ਸੱਜਣ ਤੇ ਨਾ ਹੋਏ। ਤਾਂ ਅਸਲੀ ਸੱਜਣ ਕੌਣ ਨੇ, ਕਿਹਨਾਂ ਨੂੰ ਮਿੱਤਰ ਬਣਾਉਣਾ ਚਾਹੀਦਾ ਹੈ? ਜੇ ਗੁਰਮੁਖ ਮਿਲੇ ਸੁਭਾਏ, ਗੁਰਮੁਖ ਦਾ ਮਤਲਬ ਗੁਰੂ ਦੇ ਜ਼ਰੀਏ, ਸੁਭਾਏ ਦਾ ਮਤਲਬ ਸੋਹਣੇ ਪ੍ਰੇਮ ਨਾਲ, ਮਿਲੇ ਦਾ ਮਤਲਬ ਜੋ ਰੱਬ ਦੇ ਵਿੱਚ ਮਿਲੇ ਹੋਏ ਨੇ, ਸੱਚ ਦੇ ਨਾਲ ਜੁੜੇ ਹੋਏ ਨੇ। ਸੇ ਸੈਣ ਸੇ ਸੱਜਣਾ, ਅਸਲੀ ਸੱਜਣ ਮਿੱਤਰ ਉਹ ਨੇ। ਸਤਿਗੁਰ ਦੇ ਸਨਮੁਖ ਹੋਏ ਜੋ ਮਨੁੱਖ ਆਪਾ ਨਿਵਾਰ ਕੇ ਪ੍ਰਭੂ ਦੇ ਅੰਦਰ ਸੁਭਾਵਕ ਹੀ ਲੀਨ ਹੋ ਜਾਂਦੇ ਨੇ, ਉਹ ਇਨਸਾਨ ਭਲੇ ਪੁਰਸ਼ ਨੇ,
ਔਰ ਉਹ ਅਸਲੀ ਸਾਡੇ ਸੱਜਣ ਮਿੱਤਰ ਹੁੰਦੇ ਨੇ। ਐਸੇ ਲੋਕਾਂ ਦੇ ਨਾਲ ਸਾਨੂੰ ਮਿੱਤਰਤਾ ਬਣਾਉਣੀ ਚਾਹੀਦੀ ਹੈ। ਸਤਿਗੁਰ ਕਾ ਭਾਣਾ ਅਨਦਿਨ ਕਰਹਿ ਸੇ ਸੱਚ ਰਹੇ ਸਮਾਏ। ਅਨਦਿਨ ਦਾ ਮਤਲਬ ਹਰ ਰੋਜ਼ ਹਰ ਪਲ, ਭਾਣਾ ਦਾ ਮਤਲਬ ਆਗਿਆ, ਕਰੇ ਦਾ ਮਤਲਬ ਮੰਨਦੇ ਨੇ। ਜੋ ਸਤਿਗੁਰ ਦਾ ਭਾਣਾ ਹਰ ਵਕਤ ਮੰਨਦੇ ਨੇ, ਸਤਿਗੁਰ ਦੀ ਆਗਿਆ ਵਿੱਚ ਰਹਿੰਦੇ ਨੇ, ਸੇ ਸੱਚ ਰਹੇ ਸਮਾਏ, ਉਹ ਇਨਸਾਨ ਸੱਚ ਦੇ ਅੰਦਰ ਸਮਾਏ ਰਹਿੰਦੇ ਨੇ, ਉਹ ਰੱਬ ਦੇ ਅੰਦਰ ਸਮਾਏ ਰਹਿੰਦੇ ਨੇ। ਰੱਬ ਵਰਗਾ ਹੀ ਉਹ ਹੋ ਜਾਂਦੇ ਨੇ ਇਨਸਾਨ ਜੋ ਗੁਰੂ ਦੀ ਆਗਿਆ ਦੇ ਵਿੱਚ ਚੱਲਦੇ ਨੇ ਦਿਨ ਰਾਤ। ਜੋ ਇਨਸਾਨ ਸਤਿਗੁਰ ਦਾ ਭਾਣਾ ਮੰਨਦੇ ਨੇ, ਸਤਿਗੁਰ ਦੀ ਆਗਿਆ ਮੰਨਦੇ ਨੇ, ਗੁਰਬਾਣੀ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਦੇ ਨੇ, ਉਹ ਸੱਚ ਦੇ ਅੰਦਰ ਹਮੇਸ਼ਾ ਸਮਾਏ ਰਹਿੰਦੇ ਨੇ। ਉਹਨਾਂ ਦੀ ਜ਼ਿੰਦਗੀ ਵਿੱਚ ਕਦੇ ਝੂਠ ਫਰੇਬ ਨਹੀਂ ਹੈ, ਰੱਬ ਨਾਲੋਂ ਕਦੇ ਵੀ ਵੱਖਰੇ ਨਹੀਂ ਹਨ, ਹਮੇਸ਼ਾ ਰੱਬੀ ਰੂਪ ਹੀ ਹੋ ਕਰ ਵਿਚਰਦੇ ਨੇ। ਦੂਜੇ ਭਾਏ ਲੱਗੇ ਸੱਜਣ ਨਾ ਆਖੀਐ, ਜੇ ਅਭਿਮਾਨ ਕਰਹਿ ਵੇਕਾਰ। ਵੇਕਾਰ ਦਾ ਮਤਲਬ ਮੰਦੇ ਕਰਮ, ਅਭਿਮਾਨ ਦਾ ਮਤਲਬ ਹੰਕਾਰ। ਦੂਜੇ ਭਾਏ ਲੱਗੇ ਦਾ ਮਤਲਬ ਰੱਬ ਨੂੰ ਛੱਡ ਕੇ ਹੋਰ ਪਾਸੇ ਲੱਗੇ ਹੋਏ। ਜੋ ਇਨਸਾਨ ਰੱਬੀ ਰਜਾ ਵਿੱਚ ਨਹੀਂ ਤੁਰਦੇ, ਜੋ ਰੱਬੀ ਗੁਣਾਂ ਦੇ ਧਾਰਨੀ ਨਹੀਂ, ਉਹ ਦੂਜਾ ਭਾਵ ਮੇਰ ਤੀਰ ਦੇ ਵਿਤਕਰੇ ਦ્વੈਤ ਦੇ ਅੰਦਰ ਜੋ ਫਸੇ ਨੇ, ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹਨਾਂ ਨੂੰ ਸੱਜਣ ਨਹੀਂ ਕਿਹਾ ਜਾ ਸਕਦਾ। ਜੋ ਮਾਇਆ ਦੇ ਮੋਹ ਵਿੱਚ ਲੱਗੇ, ਜੋ ਦ્વੈਤ ਵਿੱਚ ਲੱਗੇ ਨੇ, ਜੋ ਅਭਿਮਾਨ ਅਹੰਕਾਰ ਕਰਦੇ ਨੇ ਔਰ ਜੋ ਵਿਕਾਰ ਕਮਾਉਂਦੇ ਨੇ, ਉਹਨਾਂ ਨੂੰ ਸੱਜਣ ਨਹੀਂ ਕਿਹਾ ਜਾ ਸਕਦਾ। ਉਹ ਕਿਸੇ ਦੇ ਸੱਜਣ ਨਹੀਂ ਹੁੰਦੇ। ਜਿਹੜੇ ਹੰਕਾਰ ਕਰ ਰਹੇ ਨੇ, ਜੋ ਵਿਕਾਰ ਕਮਾ ਰਹੇ ਨੇ, ਜੋ ਇੱਕ ਰੱਬ ਨੂੰ ਛੱਡ ਜੋ ਦੂਜੇ ਪਾਸੇ ਵਿਕਾਰਾਂ ਵਿੱਚ ਲੱਗੇ ਨੇ, ਉਹਨਾਂ ਨੂੰ ਸੱਜਣ ਨਹੀਂ ਕਿਹਾ ਜਾ ਸਕਦਾ। ਐਸੇ ਇਨਸਾਨ ਸੱਜਣ ਮਿੱਤਰ ਨਹੀਂ ਹੁੰਦੇ। ਮਨਮੁਖ ਆਪ ਸਵਾਰਥੀ, ਕਾਰਜ ਨਾ ਸਕੈ ਸਵਾਰ। ਮਨਮੁਖ ਦਾ ਮਤਲਬ ਆਪ ਹੁਦਰੇ। ਜੋ ਆਪ ਹੁਦਰੇ ਮਨੁੱਖ ਨੇ ਉਹ ਸਵਾਰਥੀ ਨੇ, ਖੁਦਗਰਜ਼ ਨੇ। ਸਵਾਰਥੀ ਦਾ ਮਤਲਬ ਖੁਦਗਰਜ਼, ਸੈਲਫਿਸ਼, ਉਹ ਖੁਦਗਰਜ਼ ਨੇ। ਤੇ ਜਿਹੜੇ ਖੁਦਗਰਜ਼ ਨੇ, ਜੋ ਸਵਾਰਥੀ ਨੇ, ਕਾਰਜ ਨਾ ਸਕੈ ਸਵਾਰ, ਉਹ ਕਿਸੇ ਦਾ ਕੰਮ ਨਹੀਂ ਸਵਾਰ ਸਕਦੇ, ਉਹ ਕਿਸੇ ਦਾ ਕੰਮ ਨਹੀਂ ਸਵਾਰਦੇ। ਸਵਾਰਥੀ ਬੰਦਾ ਕੰਮ ਥੋੜਾ ਸਵਾਰੇਗਾ। ਸਵਾਰਥੀ ਬੰਦੇ ਨੇ ਤੇ ਆਪਣਾ ਸਵਾਰਥ ਪੂਰਾ ਕਰਨਾ ਹੈ, ਬਸ ਉਹਦਾ ਸਵਾਰਥ ਪੂਰਾ ਹੋ ਗਿਆ, ਉਸ ਤੋਂ ਬਾਅਦ ਤੁਸੀਂ ਕੌਣ ਤੇ ਮੈਂ ਕੌਣ। ਸਵਾਰਥੀ ਬੰਦਾ ਆਪਣੇ ਸੁੱਖਾਂ ਵਾਸਤੇ ਕਿਸੇ ਨੂੰ ਦੁੱਖਾਂ ਦੇ ਖਾਤੇ ਦੇ ਅੰਦਰ ਸੁੱਟ ਦਿੰਦਾ। ਸਵਾਰਥੀ ਬੰਦਾ ਆਪਣੇ ਵਸੇਬੇ ਵਾਸਤੇ ਕਿਸੇ ਨੂੰ ਉਜਾੜ ਸਕਦਾ ਹੈ। ਸਵਾਰਥੀ ਬੰਦਾ ਕਿਸੇ ਦੀ ਮੌਤ ਵਿੱਚੋਂ ਆਪਣੇ ਲਈ ਜੀਵਨ ਪਾਲਦਾ ਹੈ। ਸਵਾਰਥੀ ਬੰਦਾ ਕਿਸੇ ਦੇ ਰੋਣੇ ਔਰ ਕੀਰਨਿਆਂ ਦੇ ਅੰਦਰੋਂ ਆਪਣੇ ਵਾਸਤੇ ਹਾਸੇ ਔਰ ਮੁਸਕਰਾਹਟਾਂ ਲੱਭਦਾ ਹੋਇਆ ਨਜ਼ਰੀ ਪਵੇਗਾ। ਤਾਂ ਮਨ ਦੇ ਪਿੱਛੇ ਜੋ ਤੁਰਨ ਵਾਲੇ ਨੇ, ਆਪ ਹੁਦਰੇ ਨੇ, ਜਿਨ੍ਹਾਂ ਨੇ ਗੁਰਬਾਣੀ ਨੂੰ ਇੰਪਲੀਮੈਂਟ ਜ਼ਿੰਦਗੀ ਵਿੱਚ ਨਹੀਂ ਕੀਤਾ, ਉਹ ਸਵਾਰਥੀ ਨੇ ਔਰ ਉਹ ਕਿਸੇ ਦਾ ਕਾਰਜ ਨਹੀਂ ਸਵਾਰ। ਨਾਨਕ ਪੂਰਬ ਲਿਖਿਆ ਕਮਾਵਣਾ, ਕੋਏ ਨਾ ਮੇਟਣ ਹਾਰ। ਪੂਰਬ ਲਿਖਿਆ ਦਾ ਮਤਲਬ ਜੋ ਪਿੱਛੇ ਅਸੀਂ ਜ਼ਿੰਦਗੀ ਜੀ ਚੁੱਕੇ ਹਾਂ ਔਰ ਜੋ ਅਸੀਂ ਆਪਣੇ ਜੀਵਨ ਦੇ ਅੰਦਰ ਸੰਸਕਾਰ ਲਿਖ ਲਏ ਨੇ, ਜੋ ਅਸੀਂ ਆਪਣਾ ਸੁਭਾਅ ਬਣਾ ਲਿਆ ਹੈ, ਸੋਚ ਸੋਚ ਕੇ, ਬੋਲ ਬੋਲ ਕੇ, ਜੀਵਨ ਜੀ ਕੇ, ਜੋ ਸਾਡੀਆਂ ਆਦਤਾਂ ਬਣ ਗਈਆਂ ਨੇ, ਜੋ ਸੁਭਾਅ ਬਣ ਗਿਆ, ਜੋ ਸਾਡੀ ਸੋਚ ਬਣ ਗਈ ਹੈ, ਉਸ ਸੋਚ ਮੁਤਾਬਕ ਹੀ ਬੰਦਾ ਫਿਰ ਕਮਾਈ ਕਰਦਾ ਹੈ। ਕਮਾਉਣਾ ਦਾ ਮਤਲਬ ਜ਼ਿੰਦਗੀ ਜਿੰਦਾ ਹੈ, ਜੋ ਪੂਰਬ ਵਿੱਚ ਪਿਛਲੇ ਸਮੇਂ ਦੇ ਵਿੱਚ ਲਿਖਿਆ ਹੋਇਆ ਹੈ। ਜਿਵੇਂ ਹੁਣ ਮੇਰੀ 62 ਸਾਲ ਉਮਰ ਹੈ, ਤਾਂ ਹੁਣ ਤੱਕ ਜੈਸੀ ਮੇਰੀ ਸੋਚ ਬਣ ਗਈ ਹੈ, ਹੁਣ ਮੈਂ ਉਸ ਸੋਚ ਮੁਤਾਬਕ ਹੀ ਜ਼ਿੰਦਗੀ ਜੀਵਾਂਗਾ, ਕਿਉਂਕਿ ਸੋਚ ਬਣ ਚੁੱਕੀ ਹੈ। ਹਾਂ, ਇਹ ਸੋਚ ਨੂੰ ਬਦਲਿਆ ਜਾ ਸਕਦਾ ਹੈ, ਉਹ ਇੱਕ ਵੱਖਰਾ ਟੌਪਿਕ ਹੈ, ਪਰ ਜ਼ਿੰਦਗੀ ਤਾਂ ਬੰਦਾ ਉਵੇਂ ਹੀ ਜੀਵੇਗਾ ਨਾ ਜਿਵੇਂ ਸੋਚ ਉਹਨੇ ਬਣਾ ਲਈ ਹੈ। ਇਹਨੂੰ ਕਹਿੰਦੇ ਨੇ ਪੂਰਬ ਲਿਖਿਆ ਕਮਾਉਣਾ। ਇਹ ਨਾਨਕ ਪਿਛਲੇ ਕੀਤੇ ਕਰਮਾਂ ਅਨੁਸਾਰ ਮੁੱਢ ਤੋਂ ਉਕਰਿਆ ਹੋਇਆ ਸੰਸਕਾਰ ਰੂਪ ਲੇਖ ਕਮਾਉਣਾ ਪੈਂਦਾ ਹੈ, ਜੋ ਸੁਭਾਅ ਬਣ ਜਾਂਦਾ ਹੈ ਸਿਸਟਮ ਅੰਦਰ। ਕੋਈ ਨਾ ਮੇਟਣ ਹਾਰ, ਤੇ ਉਹਨੂੰ ਕੋਈ ਮਿਟਾਉਣ ਜੋਗਾ ਨਹੀਂ ਹੈ। ਉਸ ਸੁਭਾਅ ਨੂੰ ਹੁਣ ਕੌਣ ਮਿਟਾਏ? ਕੋਈ ਜੋਤਸ਼ੀ, ਕੋਈ ਪੰਡਤ ਮਿਟਾ ਸਕਦਾ ਹੈ? ਨਹੀਂ ਮਿਟਾ ਸਕਦਾ। ਮਤਲਬ ਉਸ ਸੋਚ ਮੁਤਾਬਕ ਬੰਦਾ ਜੀਵਨ ਜੀਵੀ ਜਾਂਦਾ। ਪੌੜੀ ਤੁਧ ਆਪੇ ਜਗਤ ਉਪਾਏ ਕਹਿ, ਆਪ ਖੇਲ ਰਚਾਇਆ। ਹੁਣ ਪੌੜੀ ਦੇ ਅੰਦਰ ਪ੍ਰਭੂ ਦੀ ਸਰਬ ਵਿਆਪਕਤਾ ਦਰਸਾ ਰਹੇ ਨੇ ਕਿ ਹੇ ਪ੍ਰਭੂ, ਤੂੰ ਆਪ ਹੀ ਇਹ ਸੰਸਾਰ ਪੈਦਾ ਕੀਤਾ ਹੈ ਤੇ ਆਪ ਹੀ ਇੱਕ ਖੇਲ ਰਚਾਇਆ ਹੈ। ਉਪਾਏਗਾ ਦਾ ਮਤਲਬ ਆਪਣੇ ਆਪ ਤੋਂ ਪੈਦਾ ਕਰਕੇ, ਆਪਣੇ ਆਪੇ ਤੋਂ ਪੈਦਾ ਕਰਕੇ ਤੂੰ ਆਪ ਹੀ ਇਹ ਸੰਸਾਰ ਰੂਪ ਇੱਕ ਖੇਲ ਬਣਾ ਦਿੱਤਾ ਹੈ। ਤ੍ਰੈਗੁਣ ਆਪ ਸਿਰਜਿਆ, ਮਾਇਆ ਮੋਹ ਵਧਾਇਆ। ਤ੍ਰੈਗੁਣੀ ਜੋ ਮਾਇਆ ਹੈ,
ਤ੍ਰੈਗੁਣੀ ਜੋ ਸੰਸਾਰ ਹੈ ਇਹ ਤੇਰੇ ਹੁਕਮ ਦੇ ਅੰਦਰ ਹੀ ਸਿਰਜਿਆ ਹੈ, ਔਰ ਇੱਥੇ ਤ੍ਰੈਗੁਣੀ ਸੰਸਾਰ ਨੇ ਮਾਇਆ ਦਾ ਮੋਹ ਵਧਾ ਲਿਆ। ਜੀਵ ਨੇ ਆਪਣੇ ਅੰਦਰ ਮਾਇਆ ਦਾ ਮੋਹ ਪੈਦਾ ਕਰ ਲਿਆ, ਮਾਇਆ ਦੀ ਪ੍ਰੀਤ ਪੈਦਾ ਕਰ ਲਈ। ਤੇ ਮਾਇਆ ਦਾ ਮਤਲਬ ਪੈਸਾ ਨਹੀਂ ਹੈ, ਮਾਇਆ ਦਾ ਮਤਲਬ ਇੱਕ ਸੋਚ ਹੀ ਹੈ ਜੋ ਆਪਾਂ ਰੋਜ਼ ਬਿਆਨ ਕਰ ਰਹੇ ਹਾਂ, ਜਿਸ ਕਰਕੇ ਰੱਬ ਵਿਸਰਦਾ ਹੈ, ਮੇਰ ਤੇਰ ਦੇ ਵਿਤਕਰੇ ਪੈਦਾ ਹੁੰਦੇ ਨੇ, ਸੈਲਫਿਸ਼ਨੈਸ ਪੈਦਾ ਹੁੰਦੀ ਹੈ। ਆਮ ਇਨਸਾਨ ਨੇ ਉਹਦੇ ਵਿੱਚ ਆਪਣੀ ਪ੍ਰੀਤ ਪਾ ਲਈ ਹੈ। ਇਹ ਤ੍ਰੈਗੁਣੀ ਸੰਸਾਰ ਤੂੰ ਸਿਰਜਿਆ ਮਾਲਕ, ਤੇਰੇ ਹੁਕਮ ਵਿੱਚ ਸਿਰਜਿਆ ਗਿਆ, ਔਰ ਤੇਰੇ ਹੁਕਮ ਦੇ ਅੰਦਰ ਹੀ ਜੀਵਾਂ ਨੇ ਮਾਇਆ ਦਾ ਮੋਹ ਵਧਾ ਲਿਆ। ਵਿੱਚ ਹੋਮੇ ਲੇਖਾ ਮੰਗੀਐ ਫਿਰ ਆਵੇ ਜਾਇਆ। ਵਿੱਚ ਹੋਮੇ ਦਾ ਮਤਲਬ ਹੋਮੇ ਦੇ ਕਾਰਨ ਇਸ ਮੋਹ ਤੋਂ ਉਪਜੇ ਹੰਕਾਰ ਵਿੱਚ ਲੱਗਿਆ। ਲੇਖਾ ਮੰਗੀਏ ਦਾ ਮਤਲਬ ਜਦੋਂ ਲੇਖਾ ਜੋਖਾ ਕੀਤਾ ਜਾਂਦਾ ਹੈ, ਜਦੋਂ ਹੋਮੇ ਔਰ ਹੰਕਾਰ ਦੇ ਵਿੱਚ ਜੀਵੇ ਦਾ ਲੇਖਾ ਜੋਖਾ ਕੀਤਾ ਜਾਂਦਾ ਹੈ, ਲੇਖਾ ਮੰਗਿਆ ਜਾਂਦਾ ਹੈ, ਹਿਸਾਬ ਕਿਤਾਬ ਹੁੰਦਾ ਹੈ। ਫਿਰ ਆਵੇ ਜਾਇਆ ਦਾ ਮਤਲਬ ਆਉਣਾ ਜਾਣਾ ਭਟਕਣਾ, ਫਿਰ ਬੰਦਾ ਭਟਕਣਾ ਦੇ ਵਿੱਚ ਹੀ ਪਿਆ ਰਹਿੰਦਾ। ਮਤਲਬ ਹੋਮੇ ਦੇ ਕਾਰਨ ਕੀਤੇ ਹੋਏ ਜੋ ਕਰਮ ਨੇ ਉਹਨਾਂ ਵਿੱਚ ਬੰਦਾ ਭਟਕਣਾ ਦੇ ਵਿੱਚ ਹੀ ਪਿਆ ਰਹਿੰਦਾ। ਲੇਖਾ ਮੰਗੀਏ ਦਾ ਮਤਲਬ ਜਦੋਂ ਕਿਤੇ ਹਿਸਾਬ ਕਿਤਾਬ ਹੋਵੇ ਵੀ ਮੇਰੀ ਜ਼ਿੰਦਗੀ ਐਵੇਂ ਕਿਵੇਂ ਬਣ ਗਈ, ਤੁਹਾਡੀ ਜ਼ਿੰਦਗੀ ਐਵੇਂ ਕਿਵੇਂ ਬਣ ਗਈ, ਜਾਂ ਦੂਜਾ ਇੱਕ ਬੰਦਾ ਬੜਾ ਸੁਖੀ ਔਰ ਸ਼ਾਂਤ ਕਿਉਂ ਹੈ ਤੇ ਇੱਕ ਬੰਦਾ ਜਿਹੜਾ ਹੈ ਉਹ ਦੁਖੀ ਔਰ ਅਸ਼ਾਂਤ ਕਿਉਂ ਹੈ। ਜਦੋਂ ਕਿਤੇ ਬਹਿ ਕੇ ਸੱਚ ਨੂੰ ਬੇਸ ਬਣਾ ਕੇ ਇਹੋ ਜਿਹਾ ਲੇਖਾ ਜੋਖਾ ਕਰਾਂਗੇ ਤਾਂ ਫਿਰ ਸਮਝ ਆਏਗੀ ਕਿ ਉਸ ਬੰਦੇ ਦੇ ਅੰਦਰ ਨਿਮਰਤਾ ਹੈ, ਉਹ ਰੱਬੀ ਰਜ਼ਾ ਦੇ ਵਿੱਚ ਤੁਰ ਰਿਹਾ ਹੈ, ਉਹਦੇ ਜੀਵਨ ਵਿੱਚ ਪਾਪ ਨਹੀਂ, ਤਾਂ ਉਹਦੇ ਜੀਵਨ ਵਿੱਚ ਟਿਕਾਵ ਹੈ। ਤੇ ਦੂਜਾ ਬੰਦਾ ਉਹਦੀ ਜ਼ਿੰਦਗੀ ਵਿੱਚ ਈਗੋ ਹੈ, ਉਸ ਬੰਦੇ ਦੇ ਅੰਦਰ ਮਮਤਾ ਹੈ, ਉਹਦੇ ਅੰਦਰ ਵਿਕਾਰ ਨੇ, ਉਹਦੇ ਅੰਦਰ ਆਪ ਖੁਦਰਾਪਾ ਨੇ, ਤਾਂ ਉਹ ਭਟਕਦਾ ਫਿਰਦਾ ਹੈ। ਇਹਨੂੰ ਕਹਿੰਦੇ ਨੇ ਵਿੱਚ ਹੋਮੇ ਲੇਖਾ ਮੰਗੀਏ ਫਿਰ ਆਵੇ ਜਾਇਆ। ਜਦੋਂ ਕਿਤੇ ਲੇਖਾ ਜੋਖਾ ਹੁੰਦਾ ਹੈ ਤਾਂ ਉਦੋਂ ਜਿਨ੍ਹਾਂ ਦੇ ਅੰਦਰ ਹੋਮੇ ਹੈ, ਮਮਤਾ ਹੈ, ਉਹ ਭਟਕਣਾ ਦੇ ਵਿੱਚ ਪਏ ਹੋਏ ਨਜ਼ਰੀ ਪੈਂਦੇ। ਜਿਨ੍ਹਾਂ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ। ਗੁਰ ਸਮਝਾਇਆ ਦਾ ਮਤਲਬ ਉਹਨਾਂ ਨੂੰ ਗੁਰੂ ਨੇ ਸਮਝਾਇਆ ਹੈ। ਜਿਨ੍ਹਾਂ ਤੇ ਹਰੀ ਮਿਹਰ ਕਰਦਾ ਹੈ ਉਹਨਾਂ ਨੂੰ ਸਤਿਗੁਰੂ ਨੇ ਸਮਝ ਪਾ ਦਿੱਤੀ ਹੈ। ਕਿਹੜੀ ਸਮਝ? ਕਿ ਵਿੱਚ ਹੋਮੇ ਲੇਖਾ ਮੰਗੀਏ ਫਿਰ ਆਵੇ ਜਾਇਆ। ਉਹਨਾਂ ਨੂੰ ਗੁਰੂ ਨੇ ਇਹ ਸੂਝ ਦਿੱਤੀ ਹੈ ਕਿ ਹੋਮੇ ਔਰ ਵਿਕਾਰਾਂ ਕਰਕੇ ਭਟਕਣਾ ਹੈ, ਰੱਬੀ ਰਜ਼ਾ ਦੇ ਵਿੱਚ ਤੁਰਨ ਕਰਕੇ ਸੁਖ ਔਰ ਸ਼ਾਂਤੀ ਹੈ। ਰੱਬੀ ਰਹਿਮਤ ਦੇ ਜੋ ਪਾਤਰ ਬਣੇ ਨੇ, ਗੁਰੂ ਨੇ ਉਹਨਾਂ ਨੂੰ ਇਹ ਚੀਜ਼ ਸਮਝਾ ਦਿੱਤੀ ਹੈ। ਯਾਨੀ ਇਸ ਚੀਜ਼ ਦੀ ਸਮਝ ਸਾਨੂੰ ਗੁਰੂ ਰਾਹੀਂ ਆਏਗੀ, ਆਮ ਬੰਦਾ ਨਹੀਂ ਸਮਝਾ ਪਾਏਗਾ। ਇਸ ਲਈ ਗੁਰਬਾਣੀ ਅਸੀਂ ਤਾਂ ਹੀ ਪੜ੍ਹਨੀ ਹੈ, ਗੁਰਬਾਣੀ ਨੂੰ ਅਸੀਂ ਤਾਂ ਹੀ ਵਿਚਾਰਨਾ ਹੈ ਕਿ ਗੁਰੂ ਪਾਸੋਂ, ਗੁਰਬਾਣੀ ਪਾਸੋਂ ਸਾਨੂੰ ਇਹ ਸੂਝ ਮਿਲੇ, ਸਮਝ ਮਿਲੇ, ਵਿਵੇਕ ਬੁੱਧ ਮਿਲੇ, ਕਾਮਨ ਸੈਂਸ ਮਿਲੇ, ਗਿਆਨ ਮਿਲੇ ਕਿ ਬੰਦਾ ਕਿਉਂ ਭਟਕ ਜਾਂਦਾ ਹੈ ਔਰ ਬੰਦਾ ਕਿਵੇਂ ਟਿਕਾਵ ਦੇ ਵਿੱਚ ਆ ਸਕਦਾ ਹੈ। ਤਾਂ ਜਦੋਂ ਅਸੀਂ ਗੁਰਬਾਣੀ ਨੂੰ ਬੜੇ ਠਰਮੇ ਨਾਲ ਪੜਾਂਗੇ, ਵਿਚਾਰਾਂਗੇ, ਤਾਂ ਗੁਰੂ ਸਾਨੂੰ ਇਹ ਚੀਜ਼ ਸਮਝਾਏਗਾ, ਸਾਨੂੰ ਇਹ ਸਮਝ ਆਏਗੀ। ਇਸ ਲਈ ਗੁਰੂ ਜੀ ਕਹਿੰਦੇ ਨੇ ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ। ਘੁਮਾਇਆ ਦਾ ਮਤਲਬ ਮੈਂ ਕੁਰਬਾਨ ਜਾਂਦਾ ਹਾਂ, ਇਸ ਕਰਕੇ ਮੈਂ ਆਪਣੇ ਸਤਿਗੁਰ ਤੋਂ ਸਦਾ ਹੀ ਸਦਕੇ ਵਾਰਨੇ ਜਾਂਦਾ ਹਾਂ। ਇਸ ਕਰਕੇ ਮੈਂ ਹਮੇਸ਼ਾ ਹੀ ਆਪਣੇ ਗੁਰੂ ਤੋਂ ਕੁਰਬਾਨ ਹਾਂ, ਵਾਰਨੇ ਹਾਂ, ਸਦਕੇ ਹਾਂ। ਗੁਰੂ ਦਾ ਸਤਿਕਾਰ ਕਰਨਾ, ਗੁਰੂ ਨਾਲ ਪਿਆਰ ਕਰਨਾ, ਗੁਰੂ ਦੀ ਦੱਸੀ ਕਾਰ ਕਰਦਾ, ਗੁਰੂ ਦੇ ਹੁਕਮ ਵਿੱਚ ਤੁਰਦਾ, ਗੁਰੂ ਤੋਂ ਆਪਣਾ ਆਪਾ ਵਾਰਦਾ। ਕਿਉਂ? ਕਿ ਗੁਰੂ ਹੀ ਇਹ ਚੀਜ਼ ਸਮਝਾਉਂਦਾ ਹੈ, ਗੁਰੂ ਪਾਸੋਂ ਇਹ ਸੂਝ ਮਿਲਦੀ ਹੈ, ਸਮਝ ਮਿਲਦੀ ਹੈ। ਇਸ ਲਈ ਮੈਂ ਗੁਰੂ ਦੇ ਸਿਧਾਂਤਾਂ ਤੋਂ, ਗੁਰੂ ਦੀ ਫਿਲਾਸਫੀ ਵਿਚਾਰਧਾਰਾ ਤੋਂ ਕੁਰਬਾਨ ਔਰ ਵਾਰਨੇ ਸਦਕੇ ਹਾਂ। ਸ਼ਲੋਕ ਮਹਿਲਾ ਤੀਜਾ। ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ। ਇੱਥੇ ਬਹੁਤ ਸਾਰੇ ਵਿਦਵਾਨਾਂ ਨੇ ਅਰਥ ਕੀਤਾ ਹੈ ਮਾਇਆ ਅਤੇ ਮਮਤਾ, ਦੋ ਚੀਜ਼ਾਂ ਲਈਆਂ ਨੇ, ਮਾਇਆ ਔਰ ਮਮਤਾ। ਪਰ ਇੱਥੇ ਮਾਇਆ ਤੇ ਮਮਤਾ ਦੋ ਵੱਖ-ਵੱਖ ਚੀਜ਼ਾਂ ਨਹੀਂ ਲੈਣੀਆਂ, ਕਿਉਂਕਿ ਇੱਥੇ ਅੱਗੇ ਸ਼ਬਦ ਜਿਨ ਜਿਹੜਾ ਨਾ, ਜਿਨ, ਉਹ ਇਕਵਚਨੀ ਸ਼ਬਦ ਹੈ। ਜੇ ਜਿਨ ਦਾ ਨੰਨਾ ਮੁਕਤਾ ਹੁੰਦਾ ਫਿਰ ਇਹ ਮਾਇਆ ਤੇ ਮਮਤਾ ਦੋ ਲੈ ਸਕਦੇ ਸੀ, ਪਰ ਜਿਨ ਔਰ ਤਿੰਨ ਦੇ ਨੰਨੇ ਨਾਲ ਜਦੋਂ ਵੀ ਸਿਹਾਰੀ ਆਵੇ ਉਦੋਂ ਇਕਵਚਨੀ ਸ਼ਬਦ ਹੁੰਦਾ ਹੈ। ਇਸ ਲਈ ਮਾਇਆ ਮਮਤਾ ਦਾ ਮਤਲਬ ਇੱਥੇ ਇੱਕੋ ਹੀ ਲੈਣਾ ਹੈ, ਮਾਇਆ ਦੀ ਮਮਤਾ, ਮਾਇਆ ਦੀ ਅਪਣਤ, ਮਾਇਆ ਦੀ ਪਕੜ, ਮਾਇਆ ਦੀ ਮਮਤਾ। ਜਿਨ ਵਿਣ ਦੰਤਾਂ ਜਗ ਖਾਇਆ, ਮੋਹਣੀ ਦਾ ਮਤਲਬ ਮਨ ਨੂੰ ਮੋਹ ਲੈਣ ਵਾਲੀ। ਜੋ ਮਾਇਆ ਦੀ ਅਪਣਤ ਹੈ, ਇਹ ਮਨ ਨੂੰ ਮੋਹ ਲੈਣ ਵਾਲੀ ਹੈ।
ਤੇ ਇਹਨੇ ਬਿਨਾਂ ਦੰਦਾਂ ਤੋਂ ਹੀ ਸਾਰੇ ਜਗਤ ਨੂੰ ਖਾ ਲਿਆ ਹੈ। ਦੰਦ ਨਹੀਂ ਹਨ, ਬਿਨਾਂ ਦੰਦਾਂ ਤੋਂ ਹੀ ਲੰਘਾ ਕੇ। ਹੁਣ ਬਿਨਾਂ ਦੰਦਾਂ ਤੋਂ ਲੰਘਾਉਣ ਦਾ ਮਤਲਬ ਕੀ ਹੈ? ਬਿਨਾਂ ਦੰਦਾਂ ਤੋਂ ਕੋਈ ਚੀਜ਼ ਖਾਣਾ ਮਤਲਬ ਕਿਸੇ ਚੀਜ਼ ਨੂੰ ਸਾਬਤ ਹੀ ਲੰਘਾ ਦੇਣਾ। ਜਿਵੇਂ ਤੁਸੀਂ ਵਿਆਹ ਸ਼ਾਦੀਆਂ ਜਾਂਦੇ ਹੋ ਨਾ, ਕਈ ਵਾਰ ਛੋਟੇ ਰਸਗੁੱਲੇ ਬਣਾਏ ਹੁੰਦੇ ਨੇ, ਛੋਟੇ ਜਿਹੇ ਗੁਲਾਬ ਜਾਮਨ, ਫੜ ਕੇ ਸਾਬਤ ਹੀ ਲੰਘਾ ਦੇਈਦਾ ਨਾ ਅੰਦਰ, ਦੰਦਾਂ ਦੀ ਲੋੜ ਨਹੀਂ ਪੈਂਦੀ, ਬਿਨਾਂ ਚੱਬਣ ਤੋਂ ਸਾਬਤ ਹੀ ਲੰਘਾ ਗਏ। ਤਾਂ ਗੁਰੂ ਜੀ ਕਹਿੰਦੇ ਨੇ ਮਾਇਆ ਦੀ ਜੋ ਮਮਤਾ ਹੈ ਬੰਦੇ ਨੂੰ ਸਮੂਲਚੇ ਹੀ ਨਿਕਲ ਗਈ ਹੈ, ਬਿਨਾਂ ਦੰਦਾਂ ਤੋਂ ਹੀ ਖਾ ਗਈ। ਤੇ ਮਾਇਆ ਕੀ ਹੈ? ਸੋਚ। ਜਿਹੜੀ ਸੋਚ ਸਾਨੂੰ ਇੱਕ ਦੂਜੇ ਨਾਲ ਰੱਬ ਵਰਗਾ ਪਿਆਰ ਵਿਹਾਰ ਨਹੀਂ ਕਰਨ ਦਿੰਦੀ। ਸਾਡੀ ਜਿਹੜੀ ਸੋਚ ਸਾਡੇ ਅੰਦਰ ਸੈਲਫਿਸ਼ਨੈਸ ਪੈਦਾ ਕਰਦੀ ਹੈ। ਸਾਡੀ ਜਿਹੜੀ ਸੋਚ ਸਾਡੇ ਅੰਦਰ ਦੋਚਤਾਪਨ, ਦੁਬਦਾ, ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ। ਇਹ ਇਨਸਾਨੀਅਤ ਨੂੰ ਸਮੂਲਚਾ ਹੀ ਨਿਗਲ ਗਈ। ਇਹ ਨਹੀਂ ਬੰਦੇ ਦੇ ਸਰੀਰ ਨੂੰ ਨਹੀਂ ਨਿਗਲ ਗਈ, ਇਨਸਾਨੀਅਤ ਨੂੰ ਨਿਗਲ ਗਈ। ਇਨਸਾਨੀਅਤ ਨੂੰ ਇਹ ਸੋਚ ਹੀ ਖਾ ਗਈ, ਹੋਰ ਕੌਣ ਖਾ ਗਿਆ? ਤਾਂ ਇਹ ਜਿਹੜੀ ਸੋਚ ਦੀ ਪਕੜ ਹੈ ਨਾ, ਇਹਦੀ ਮਮਤਾ ਹੈ। ਹੁਣ ਇਹ ਸੋਚ ਨੂੰ ਅਸੀਂ ਛੱਡ ਨਹੀਂ ਰਹੇ। ਆਮ ਬੰਦੇ ਨੇ ਸੋਚ ਕਿੱਥੇ ਛੱਡੀ ਹੈ? ਜੇ ਅਸੀਂ ਇਸ ਸੋਚ ਨੂੰ ਛੱਡ ਦਈਏ ਤਾਂ ਫਿਰ ਇੱਕ ਦੂਜੇ ਨਾਲ ਰੱਬ ਵਰਗਾ ਪਿਆਰ ਵਿਹਾਰ ਕਰੀਏ, ਪਰ ਕਿਉਂਕਿ ਇਹ ਸੋਚ ਛੁੱਟੀ ਨਹੀਂ, ਇਸ ਕਰਕੇ ਸਾਡਾ ਇੱਕ ਦੂਜੇ ਨਾਲ ਰੱਬ ਵਰਗਾ ਪਿਆਰ ਸਤਿਕਾਰ ਨਹੀਂ। ਇਹ ਸੋਚ ਦਾ ਮੋਹ ਛੱਡੀਏ ਤਾਂ ਸਾਡੇ ਅੰਦਰ ਨਿਸਵਾਰਥ ਭਾਵਨਾ ਆਵੇ, ਸਾਡੇ ਅੰਦਰ ਸਵਾਰਥ। ਇਹ ਸੋਚ ਨੂੰ ਅੰਦਰੋਂ ਛੱਡੀਏ ਤਾਂ ਮੇਰ ਤੇਰ ਦੇ ਵਿਤਕਰੇ ਮਿਟਣ, ਕਿਉਂਕਿ ਇਹ ਸੋਚ ਦੀ ਪਕੜ ਹੈ ਤੇ ਇਸ ਸੋਚ ਦੀ ਪਕੜ ਨੇ ਇਨਸਾਨੀਅਤ ਨੂੰ ਖਾ ਲਿਆ। ਬੰਦਾ ਸਰੀਰ ਕਰਕੇ ਬਚਿਆ ਹੈ, ਇਨਸਾਨੀਅਤ ਨਿਗਲੀ ਗਈ ਹੈ। ਪਰ ਸਾਰੇ ਨਹੀਂ ਖਾਦੇ ਗਏ। ਮਨਮੁਖ ਖਾਧੇ, ਗੁਰਮੁਖ ਉਬਰੇ, ਜਿਨਨੀ ਸੱਚ ਨਾਮ ਚਿਤ ਲਾਇਆ। ਖਾਧੇ ਦਾ ਮਤਲਬ ਖਾਧੇ ਗਏ, ਉਬਰੇ ਦਾ ਮਤਲਬ ਬਚ ਗਏ। ਮਨਮੁਖ ਇਸ ਮਮਤਾ ਵਿੱਚ ਗ੍ਰਸੇ ਗਏ ਨੇ। ਮਨਮੁਖ ਦਾ ਮਤਲਬ ਆਪ ਖੁਦਰੇ, ਜੋ ਗੁਰਬਾਣੀ ਅਨੁਸਾਰ ਜ਼ਿੰਦਗੀ ਨਹੀਂ ਜੀਂਦੇ, ਜੋ ਗਿਆਨ ਮੁਤਾਬਕ ਜ਼ਿੰਦਗੀ ਨਹੀਂ ਜੀ ਰਹੇ, ਜਿਨ੍ਹਾਂ ਨੇ ਯੂਨੀਵਰਸਲ ਟਰੁੱਥ ਨੂੰ ਆਪਣੀ ਜ਼ਿੰਦਗੀ ਦਾ ਬੇਸ ਨਹੀਂ ਬਣਾਇਆ, ਜਿਨ੍ਹਾਂ ਨੇ ਰੱਬੀ ਗੁਣਾਂ ਨੂੰ ਧਾਰਨ ਨਹੀਂ ਕੀਤਾ, ਜੋ ਗੁਰਮਤਿ ਆਸ਼ੇ ਅਨੁਸਾਰ ਜੀਵਨ ਨਹੀਂ ਜੀ ਰਹੇ, ਜੋ ਗੁਰੂ ਦੇ ਸਨਮੁਖ ਨਹੀਂ ਹੋਏ, ਉਹ ਖਾਧੇ ਗਏ। ਉਹਨਾਂ ਦਾ ਸਮੂਲਚਾ ਜੀਵਨ ਹੀ ਬਰਬਾਦ ਹੋ ਗਿਆ। ਇਨਸਾਨੀਅਤ ਖਾਧੀ ਗਈ ਉਹਨਾਂ ਦੇ ਅੰਦਰੋਂ। ਉਹਨਾਂ ਤੋਂ ਇਨਸਾਨੀਅਤ ਦੀ ਆਸ ਨਹੀਂ ਕੀਤੀ ਜਾ ਸਕਦੀ। ਗੁਰਮੁਖ ਉਬਰੇ, ਪਰ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲੇ ਨੇ ਉਹ ਬਚ ਗਏ। ਜਿਨ੍ਹਾਂ ਨੇ ਗੁਰੂ ਦੀ ਸ਼ਰਣੀ ਆ ਕੇ ਸੱਚ ਨਾਲ ਚਿੱਤ ਲਾ ਲਿਆ, ਹੁਕਮ ਦੇ ਨਾਲ ਚਿੱਤ ਜੋੜ ਲਿਆ, ਉਹ ਬਚ ਗਏ। ਕੌਣ ਬਚੇ? ਜੋ ਗੁਰੂ ਅਨੁਸਾਰੀ ਹੋਏ ਔਰ ਜਿਨ੍ਹਾਂ ਨੇ ਸੱਚੇ ਹੁਕਮ ਦੇ ਅੰਦਰ, ਸੱਚੇ ਰੱਬ ਵਿੱਚ, ਸੱਚੇ ਰੱਬ ਦੇ ਗੁਣਾਂ ਨਾਲ, ਉਹਦੇ ਹੁਕਮ ਦੇ ਨਾਲ ਪ੍ਰੀਤ ਲਾ ਲਈ, ਚਿੱਤ ਲਾ ਲਿਆ, ਉਹ ਬਚ ਗਏ। ਕਿਉਂਕਿ ਉਹਨਾਂ ਦੀ ਸੋਚ ਦੇ ਅੰਦਰ ਰੱਬੀ ਗੁਣ ਨੇ, ਰੱਬੀ ਹੁਕਮ ਹੈ। ਉਹ ਹੁਕਮ ਨੂੰ ਫੋਲੋ ਕਰ ਰਹੇ ਨੇ। ਉਹ ਮਨ ਬਚਨ ਕਰਮ ਕਰਕੇ ਗੁਣਾਂ ਦੇ ਧਾਰਨੀ ਨੇ। ਉਹ ਇਸ ਸੋਚ ਤੋਂ ਬਚ ਗਏ ਨੇ, ਉਹਨਾਂ ਦੀ ਸੋਚ ਬਦਲ ਗਈ। ਬਿਨ ਨਾਮੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਗੁਰਮੁਖ ਦਾ ਮਤਲਬ ਗੁਰੂ ਦੀ ਰਾਹੀਂ, ਨਦਰੀ ਆਇਆ ਦਾ ਮਤਲਬ ਨਜ਼ਰੀ ਆ ਗਿਆ। ਇਸ ਗੱਲ ਦੀ ਸਮਝ ਪੈ ਗਈ। ਗੁਰੂ ਦੇ ਰਾਹੀਂ ਇਸ ਗੱਲ ਦੀ ਸਮਝ ਪੈਂਦੀ ਹੈ। ਕਿਹੜੀ ਗੱਲ ਦੀ? ਕਿ ਬਿਨ ਨਾਮੈ ਜਗ ਕਮਲਾ ਫਿਰੈ। ਨਾਮੈ ਦਾ ਮਤਲਬ ਹੁਕਮ, ਰੱਬ ਦੀ ਸਿਫਤ ਸਲਾਹ, ਕਿ ਰੱਬੀ ਸਿਫਤ ਸਲਾਹ ਤੋਂ ਬਿਨਾ, ਖੁੰਝ ਕੇ ਰੱਬੀ ਸਿਫਤ ਸਲਾਹ ਤੋਂ, ਰੱਬੀ ਹੁਕਮ ਨਾਲੋਂ ਖੁੰਝ ਕੇ ਜਗਤ ਜਿਹੜਾ ਸੰਸਾਰ ਹੈ ਉਹ ਕਮਲਾ ਹੋਇਆ ਫਿਰਦਾ ਹੈ, ਝੱਲਾ ਹੋਇਆ। ਹੁਣ ਕਮਲਾ ਔਰ ਸਿਆਣਾ, ਇਹਦੇ ਬਾਰੇ ਆਪਾਂ ਵਿਚਾਰ ਪਹਿਲਾਂ ਕਰ ਚੁੱਕੇ ਹਾਂ। ਫਿਰ ਕਿਉਂਕਿ ਇੱਥੇ ਸ਼ਬਦ ਆਏ ਨੇ ਤਾਂ ਦੁਹਰਾਉਣਾ ਪਵੇਗਾ। ਕਮਲੇ ਔਰ ਸਿਆਣੇ ਬੰਦੇ 'ਚ ਫਰਕ ਕੀ ਹੈ? ਬਾਹਰੀ ਤੌਰ ਤੇ ਵੇਖੋ ਤੇ ਕੋਈ ਫਰਕ ਨਹੀਂ। ਕਮਲਾ ਬੰਦਾ ਵੀ ਖਾ ਰਿਹਾ ਹੈ, ਸਿਆਣਾ ਵੀ ਖਾ ਰਿਹਾ। ਕਮਲਾ ਬੰਦਾ, ਪਾਗਲ ਜਿਹੜੇ ਨੇ ਉਹ ਵੀ ਬੋਲਦੇ ਨੇ, ਸਗੋਂ ਜ਼ਿਆਦਾ ਬੋਲਦੇ ਨੇ। ਸਿਆਣਾ ਬੰਦਾ ਵੀ ਬੋਲਦਾ ਹੈ। ਪਾਗਲ ਬੰਦਾ ਵੀ ਤੁਰਿਆ ਫਿਰਦਾ ਹੈ, ਸਿਆਣਾ ਬੰਦਾ ਵੀ ਤੁਰਿਆ ਫਿਰਦਾ ਹੈ। ਸਿਆਣੇ ਬੰਦੇ ਵੀ ਕੱਪੜੇ ਪਾਏ ਨੇ, ਪਾਗਲ ਨੇ ਵੀ ਪਾਏ ਨੇ। ਫਿਰ ਫਰਕ ਕੀ ਹੋਇਆ? ਬਾਹਰੀ ਤੌਰ ਤੇ ਵੇਖੋ ਤੇ ਫਰਕ ਕੋਈ ਵੀ ਨਹੀਂ। ਫਰਕ ਇੰਨਾ ਹੈ ਕਿ ਸਿਆਣੇ ਬੰਦੇ ਨੇ ਜੋ ਕੱਪੜੇ ਪਾਏ ਨੇ, ਉਹਨੂੰ ਪਤਾ ਹੈ ਮੈਂ ਕਿਹੜੇ ਪਾਏ ਨੇ, ਕਿਹੜਾ ਮੌਸਮ ਹੈ ਔਰ ਕਿਹੜੇ ਮੌਸਮ ਦੇ ਕੱਪੜੇ ਪਾਏ ਨੇ। ਪਾਗਲ ਵਿਚਾਰੇ ਨੇ ਕੱਪੜੇ ਪਾਏ ਹੁੰਦੇ ਨੇ, ਕਈ ਵਾਰੀ ਉਹ ਸਿਆਲ ਦੇ ਵਿੱਚ ਹੀ ਕੰਬਲ, ਗਰਮੀਆਂ 'ਚ ਹੀ ਕੰਬਲ ਲੈ ਕੇ ਤੁਰਿਆ ਫਿਰਦਾ।
ਸਿਆਣਾ ਬੰਦਾ ਖਾ ਰਿਹਾ ਹੈ, ਉਹਨੂੰ ਪਤਾ ਹੈ ਮੈਂ ਕੀ ਖਾ ਰਿਹਾ। ਕਮਲਾ ਬੰਦਾ ਜੋ ਮਰਜ਼ੀ ਖਾਈ ਜਾ ਰਿਹਾ, ਉਹਨੂੰ ਪਤਾ ਨਹੀਂ ਮੈਂ ਕੀ ਖਾ ਰਿਹਾ, ਇਹਦਾ ਰਿਜ਼ਲਟ ਕੀ ਨਿਕਲੇਗਾ। ਸਿਆਣਾ ਬੰਦਾ ਬੋਲਦਾ ਹੈ, ਉਹਨੂੰ ਪਤਾ ਹੈ ਮੇਰੇ ਬੋਲਾਂ ਦਾ ਰਿਜ਼ਲਟ ਕੀ ਨਿਕਲੇਗਾ। ਕਮਲਾ ਬੰਦਾ ਬੋਲੀ ਜਾ ਰਿਹਾ, ਉਹਨੂੰ ਪਤਾ ਨਹੀਂ ਮੈਂ ਕੀ ਬੋਲ ਰਿਹਾ। ਸਿਆਣੇ ਬੰਦੇ ਨੂੰ ਪਤਾ ਹੈ ਮੈਂ ਕਿੱਧਰੋਂ ਆਇਆ ਕਿੱਧਰ ਜਾ ਰਿਹਾ। ਕਮਲਾ ਵਿਚਾਰਾ ਸੜਕਾਂ ਤੇ ਤੁਰਿਆ ਫਿਰਦਾ, ਉਹਨੂੰ ਪਤਾ ਨਹੀਂ ਮੈਂ ਕਿੱਧਰੋਂ ਆਇਆ ਕਿੱਧਰ ਜਾ ਰਿਹਾ, ਕੋਈ ਮੰਜ਼ਿਲ ਨਹੀਂ। ਇਹੀ ਨੇ ਨਿਸ਼ਾਨੀਆਂ। ਹੁਣ ਨਾਮ ਤੋਂ ਬਿਨਾ, ਰੱਬੀ ਗੁਣਾ ਤੋਂ ਬਿਨਾ ਜਗਤ ਕਿਵੇਂ ਕਮਲਾ ਹੋਇਆ ਫਿਰਦਾ। ਹੁਣ ਆਮ ਬੰਦਾ ਜੇ ਅਸੀਂ ਆਪਣੇ ਜੀਵਨ ਵੱਲ ਝਾਤ ਮਾਰੀਏ ਕਿ ਮੇਰੇ ਜੀਵਨ ਦਾ ਮਕਸਦ ਕੀ ਹੈ, ਮੇਰੀ ਮੈਂਟੈਲਿਟੀ ਕੈਸੀ ਹੋਵੇ, ਮੈਂ ਸੋਚ ਕਰਕੇ ਕਿੱਥੇ ਖੜਾ ਹਾਂ, ਬੰਦੇ ਨੂੰ ਪਤਾ ਹੀ ਨਹੀਂ ਤੇ ਕਮਲਾ ਹੀ ਹੈ ਨਾ। ਜੋ ਮੈਂ ਬੋਲ ਰਿਹਾ, ਇਹਨਾਂ ਬੋਲਾਂ ਦਾ ਮੇਰੇ ਤੇ ਔਰ ਸੁਣਨ ਵਾਲੇ ਤੇ, ਆਉਣ ਵਾਲੇ ਸਮਾਜ ਤੇ, ਪੀੜ੍ਹੀਆਂ ਤੇ ਕੀ ਅਸਰ ਹੋਏਗਾ, ਬੰਦੇ ਨੇ ਕਦੇ ਸੋਚਿਆ? ਜੋ ਮਰਜ਼ੀ ਬੋਲੀ ਜਾ ਰਿਹਾ, ਕਮਲਾ ਹੀ ਹੈ ਨਾ। ਜੋ ਮਰਜ਼ੀ ਖਾਈ ਜਾ ਰਿਹਾ ਔਰ ਕੋਈ ਮੰਜ਼ਿਲ ਨਹੀਂ, ਤੁਰਿਆ ਫਿਰਦਾ ਹੈ। ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਆਤਮਿਕ, ਪਰਿਵਾਰਕ, ਵਿਵਹਾਰਕ ਤੌਰ ਤੇ ਕੋਈ ਮੰਜ਼ਿਲ ਨਹੀਂ ਹੈ ਨਾ, ਤਾਂ ਕਮਲਾ ਹੀ ਹੋਇਆ ਨਾ ਬੰਦਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਗੁਰੂ ਦੇ ਦੱਸੇ ਰਾਹਾਂ ਤੇ ਤੁਰਿਆ ਇਸ ਗੱਲ ਦੀ ਸਮਝ ਪੈ ਜਾਂਦੀ ਹੈ ਗੁਰੂ ਗਿਆਨ ਅਨੁਸਾਰ ਕਿ ਜੋ ਰੱਬੀ ਗੁਣਾ ਤੋਂ ਹੀਣਾ ਹੈ, ਰੱਬੀ ਰਜਾ ਤੋਂ ਬਾਹਰ ਹੈ, ਉਹ ਕਮਲਾ ਚੱਲਾ ਹੋਇਆ ਫਿਰਦਾ ਹੈ। ਧੰਧਾ ਕਰਤਿਆਂ ਨਿਹਫਲ ਜਨਮ ਗਵਾਇਆ, ਸੁਖ ਦਾਤਾ ਮਨ ਨਾ ਵਸਾਇਆ। ਕਰਤਿਆਂ ਨਹੀਂ ਪੜਨਾ, ਇਹਨੂੰ ਕਰਤਿਆਂ ਬਿੰਦੀ ਲਗਾ ਕੇ ਪੜਨਾ ਹੈ। ਧੰਧਾ ਕਰਤਿਆਂ, ਧੰਦਾ ਦਾ ਮਤਲਬ ਕਜੀਏ ਕਰਦਿਆਂ। ਨਿਹਫਲ ਜਨਮ ਗਵਾਇਆ, ਸਾਰਾ ਜੀਵਨ ਬੇਕਾਰ ਗਵਾ ਲਿਆ। ਸੁਖ ਦਾਤਾ ਮਨ ਨਾ ਵਸਾਇਆ, ਸੁੱਖਾਂ ਦੀਆਂ ਦਾਤਾਂ ਦੇਣ ਵਾਲੇ ਰੱਬ ਨੂੰ ਉਹਨੇ ਮਨ ਵਿੱਚ ਨਹੀਂ ਵਸਾਇਆ। ਜਿਸ ਪ੍ਰਭੂ ਤੋਂ ਸੁੱਖ ਮਿਲਨੇ ਸਨ, ਉਸ ਸੁਖ ਦਾਤੇ ਨੂੰ ਮਨ ਵਿੱਚ ਨਹੀਂ ਵਸਾਇਆ ਤੇ ਕਜੀਏ ਕਰਦਿਆਂ ਸਾਰੀ ਜ਼ਿੰਦਗੀ ਬੇਕਾਰ ਕਰ ਲਈ। ਹੁਣ ਇਹ ਗੱਲ ਸਮਝਣ ਵਾਲੀ ਹੈ, ਕਜੀਏ ਕਿਹਨੂੰ ਕਹਿੰਦੇ ਨੇ? ਕੰਮ, ਸਾਡੇ ਕੰਮ ਹੀ ਕਜੀਏ ਔਰ ਜੰਜਾਲ ਬਣ ਜਾਂਦੇ ਨੇ ਤੇ ਸਾਡੇ ਕੰਮ ਹੀ ਕਿਰਤ ਔਰ ਭਗਤੀ ਬਣ ਜਾਂਦੇ। ਹੈ ਕੰਮ ਹੀ, ਸਾਡੇ ਪੈਰਾਂ ਦੀਆਂ ਬੇੜੀਆਂ ਬਣ ਗਏ, ਉਹ ਵੀ ਕੰਮ ਹੀ ਨੇ। ਲੇਕਿਨ ਜਿਨ੍ਹਾਂ ਨੇ ਸਾਨੂੰ ਪ੍ਰਭੂ ਵਰਗਾ, ਰੱਬ ਵਰਗਾ ਬਣਾ ਦਿੱਤਾ, ਉਹ ਵੀ ਕੰਮ ਹੀ ਨੇ, ਹੈ ਕੰਮ ਨੇ, ਸਿਰਫ ਬੇਸ ਵੱਖਰਾ ਹੈ। ਜਦੋਂ ਕੋਈ ਸੱਚ ਨੂੰ ਬੇਸ ਬਣਾ ਕੇ ਕਰਮ ਕਰਦਾ ਹੈ, ਉਹ ਕਰਮ ਕਿਰਤ ਬਣ ਜਾਂਦੇ ਨੇ, ਭਗਤੀ ਬਣ। ਜਦੋਂ ਕੋਈ ਇਨਸਾਨ ਸੱਚ ਨੂੰ ਬੇਸ ਬਣਾ ਕੇ ਕਰਮ ਕਰਦਾ ਹੈ, ਉਹ ਕਰਮ ਭਗਤੀ ਬਣ ਜਾਂਦੀ ਹੈ। ਤੇ ਜਿਨ੍ਹਾਂ ਕੰਮਾਂ ਦਾ ਬੇਸ ਝੂਠ ਫਰੇਬ ਹੁੰਦਾ ਹੈ, ਉਹ ਕੰਮ ਜੰਜਾਲ, ਕਜੀਏ ਬਣ ਜਾਂਦੇ ਨੇ, ਉਹਨਾਂ ਚੋਂ ਸੁੱਖ ਨਹੀਂ ਉਪਜਦਾ। ਜੋ ਰਜ਼ਾ ਭਾਣੇ ਦੇ ਅੰਦਰ ਕੰਮ ਕੀਤੇ ਜਾਂਦੇ ਨੇ, ਉਹ ਕੰਮ ਸੁੱਖਾਂ ਦਾ ਸਾਧਨ ਬਣ ਜਾਂਦੇ ਨੇ। ਜੋ ਰਜ਼ਾ ਭਾਣੇ ਤੋਂ ਉਲਟ ਕੀਤੇ ਜਾਂਦੇ ਨੇ, ਉਹ ਦੁੱਖਾਂ ਦਾ ਕਾਰਨ ਬਣ ਜਾਂਦੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਮਨੁੱਖ ਸਾਰੀ ਜ਼ਿੰਦਗੀ ਸੁੱਖਾਂ ਦੇ ਦਾਤੇ ਪ੍ਰਭੂ ਨੂੰ ਮਨ ਵਿੱਚ ਨਹੀਂ ਵਸਾਉਂਦਾ, ਆਪਣੀ ਸੋਚ ਵਿੱਚ ਨਹੀਂ ਵਸਾਉਂਦਾ, ਔਰ ਆਪਣੀ ਸੋਚ ਦੇ ਅੰਦਰ ਪਾਪ ਵਿਕਾਰ ਨੂੰ ਵਸਾ ਕੇ ਸਾਰੀ ਜ਼ਿੰਦਗੀ ਕਜੀਏ ਹੀ ਕਰਦਾ ਰਹਿੰਦਾ ਹੈ, ਜੰਜਾਲ ਹੀ ਸਹਿੜਦਾ ਰਹਿੰਦਾ ਹੈ ਔਰ ਆਪਣੇ ਜੀਵਨ ਨੂੰ ਵਿਅਰਥ ਗਵਾ ਲੈਂਦਾ ਹੈ। ਨਾਨਕ ਨਾਮ ਤਿਨਾਂ ਕੋ ਮਿਲਿਆ, ਜਿਨ ਕੋ ਧੁਰ ਲਿਖ ਪਾਇਆ। ਧੁਰ ਦਾ ਮਤਲਬ ਸ਼ੁਰੂ ਤੋਂ, ਲਿਖ ਪਾਇਆ ਦਾ ਮਤਲਬ ਜਿਨ੍ਹਾਂ ਦੇ ਅੰਦਰ ਲਿਖ ਕੇ ਪਾਇਆ ਗਿਆ ਹੈ, ਉਹਨਾਂ ਨੂੰ ਹੀ ਨਾਮ ਮਿਲਿਆ ਹੈ। ਨਾਮ ਦਾ ਮਤਲਬ ਰੱਬ ਦੀ ਸਿਫਤ ਸਲਾਹ ਜਾਂ ਰੱਬੀ ਹੁਕਮ। ਰੱਬੀ ਹੁਕਮ ਦੀ ਸੂਝ ਕਿਹਨਾਂ ਨੂੰ ਮਿਲੀ ਹੈ? ਰੱਬੀ ਗੁਣਾਂ ਦੀ ਦਾਤ ਕਿਹਨਾਂ ਨੂੰ ਮਿਲੀ ਹੈ? ਕਿਹਨਾਂ ਦੀ ਜ਼ਿੰਦਗੀ ਵਿੱਚ ਰੱਬੀ ਗੁਣ ਪ੍ਰਗਟ ਹੋਏ ਨੇ? ਜਿਨ੍ਹਾਂ ਨੇ ਸ਼ੁਰੂ ਤੋਂ ਹੀ ਐਸੇ ਲੇਖ ਲਿਖੇ ਨੇ, ਸੰਸਕਾਰ ਲਿਖੇ ਨੇ, ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਚੰਗੇ ਕਰਮਾਂ ਦੇ ਸੰਸਕਾਰ ਲਿਖੇ ਨੇ ਧੁਰ ਤੋਂ, ਸ਼ੁਰੂ ਤੋਂ ਹੀ, ਉਹਨਾਂ ਨੂੰ ਇਹ ਰੱਬੀ ਹੁਕਮ ਦੀ ਦਾਤ ਮਿਲਦੀ ਹੈ, ਰੱਬੀ ਹੁਕਮ ਦੀ ਸੂਝ ਮਿਲਦੀ ਹੈ, ਉਹਨਾਂ ਨੂੰ ਰੱਬੀ ਸਿਫਤ ਸਲਾਹ ਮਿਲਦੀ ਹੈ, ਉਹ ਚੰਗਾ ਜੀਵਨ ਜੀ ਲੈਂਦੇ ਨੇ। ਹੁਣ ਸਿਸਟਮ ਹੈ ਨਾ, ਇਸ ਸਿਸਟਮ ਦੇ ਅੰਦਰ ਜੈਸਾ ਸੋਚਾਂਗੇ, ਜੈਸਾ ਬੋਲਾਂਗੇ, ਜੈਸੇ ਕਰਾਂਗੇ, ਵੈਸੇ ਹੀ ਸਾਡਾ ਸੁਭਾਅ ਬਣਦਾ ਚਲਾ ਜਾਏਗਾ। ਇਸ ਚੀਜ਼ ਨੂੰ ਕੋਈ ਨਹੀਂ ਮਿਟਾ ਸਕਦਾ ਨਾ, ਕੋਈ ਬਦਲ ਨਹੀਂ ਸਕਦਾ, ਕਿਉਂਕਿ ਕੁਦਰਤੀ ਨਿਯਮ ਹੈ। ਚੰਗਾ ਸੋਚੋਗੇ ਚੰਗੇ ਹੋ ਜਾਓਗੇ, ਮਾੜਾ ਸੋਚੋਗੇ ਮਾੜੇ। ਜੇ ਅਸੀਂ ਪਿਆਰ ਦੇ ਨਾਲ ਰਹੀਏ ਤਾਂ ਸਾਡੀ ਜ਼ਿੰਦਗੀ ਵਿੱਚ ਪਿਆਰ ਮੁਹੱਬਤ ਪੈਦਾ ਹੋਏਗਾ। ਇੱਕ ਦੂਜੇ ਨਾਲ ਈਰਖਾ ਕਰੀਏ ਤੇ ਸਾਡੀਆਂ ਦੂਰੀਆਂ ਵਧਣਗੀਆਂ ਤੇ ਨਿਯਮ ਇਸ ਚੀਜ਼ ਨੂੰ ਕੋਈ ਮਿਟਾ ਨਹੀਂ ਸਕਦਾ। ਤਾਂ ਗੁਰੂ ਜੀ ਕਹਿੰਦੇ ਨੇ, ਜਿਨ੍ਹਾਂ ਦੇ ਅੰਦਰ ਸ਼ੁਰੂ ਤੋਂ ਹੀ ਸ਼ੁਭ ਗੁਣਾਂ ਦੇ ਚੰਗੇ ਲੇਖ ਲਿਖੇ ਹੁੰਦੇ ਨੇ, ਉਹਨਾਂ ਨੂੰ ਨਾਮ ਦੀ ਸੂਝ ਮਿਲਦੀ ਹੈ, ਹੁਕਮ ਦੀ ਸੂਝ ਮਿਲਦੀ ਹੈ, ਉਹਨਾਂ ਨੂੰ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਦੀ ਦਾਤ ਮਿਲਦੀ ਹੈ। ਮਹਿਲਾ ਤੀਜਾ, ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ, ਮਨਮੁਖਾਂ ਸਾਧ ਨਾ ਪਾਇਆ। ਮਨਮੁਖਾਂ ਬਿੰਦੀ ਲਗਾ ਕੇ ਪੜਨਾ ਹੈ।
ਕਰ ਹੀ ਮਹਿ ਅੰਮ੍ਰਿਤ ਭਰਪੂਰ। ਇਹਨੂੰ ਭਰਪੂਰ ਨਹੀਂ ਪੜਨਾ। ਜਦੋਂ ਅਸੀਂ ਭਰਪੂਰ ਬੋਲਦੇ ਨਾ, ਧਿਆਨ ਨਾਲ ਸੁਣਿਓ, ਭਰਪੂਰ। ਹੁਣ ਭੂਰ ਬੋਲ ਰਿਹਾ ਪੱਬਾ, ਭਰਪੂਰ ਐਵੇਂ ਨਹੀਂ ਬੋਲਣਾ। ਇੱਥੇ ਪੱਪਾ ਹੈ ਪਿੱਛੇ, ਭਰਪੂਰ ਪੂਰ ਬੋਲਣਾ ਹੈ। ਕਰ ਹੀ ਮਹਿ ਅੰਮ੍ਰਿਤ ਭਰਪੂਰ ਹੈ, ਮਨਮੁਖਾਂ ਸਾਧ ਨਾ ਪਾਇਆ। ਕਰ ਹੀ ਮੈਂ ਅੰਮ੍ਰਿਤ ਦਾ ਮਤਲਬ ਆਤਮਿਕ ਜੀਵਨ ਦੇਣ ਵਾਲੇ ਜੋ ਗੁਣ ਨੇ, ਆਤਮਿਕ ਜੀਵਨ ਦੇਣ ਵਾਲਾ ਜੋ ਹੁਕਮ ਹੈ, ਗੁਣ ਨੇ। ਘਰ ਹੀ ਮੈਂ ਬੰਦੇ ਦੇ ਅੰਦਰ ਭਰਪੂਰ ਦਾ ਮਤਲਬ ਭਰਿਆ ਪਿਆ ਹੈ। ਹਰੇਕ ਜੀਵ ਦੇ ਘਰ ਵਿੱਚ ਹੀ ਆਤਮਿਕ ਜੀਵਨ ਭਰਿਆ ਹੋਇਆ ਹੈ, ਅੰਮ੍ਰਿਤ ਭਰਿਆ ਹੋਇਆ ਹੈ। ਅੰਮ੍ਰਿਤ ਦੇ ਭੰਡਾਰੇ ਭਰੇ ਪਏ ਨੇ, ਖੂਹ ਭਰਿਆ ਪਿਆ ਹੈ। ਅੰਤਰ ਖੂਹ ਦਾ ਅੰਮ੍ਰਿਤ ਭਰਿਆ, ਅੰਦਰ ਖੂਹ ਭਰਿਆ, ਜਿੰਨਾ ਮਰਜ਼ੀ ਕੱਢ ਕੱਢ ਕੇ ਪੀਵੋ, ਮਤਲਬ ਮਾਣੋ। ਅੰਦਰ ਖੂਹ ਭਰੇ ਪਏ ਨੇ ਸ਼ੁਭ ਗੁਣਾਂ ਦੇ, ਸੱਚਾਈ, ਦਇਆ, ਨਿਰਭੈਤਾ, ਨਿਰਵੈਰਤਾ, ਪਿਆਰ, ਮੁਹੱਬਤ। ਇੰਨੇ ਗੁਣ ਨੇ ਜਿੰਨੇ ਮਰਜ਼ੀ ਵਰਤੋ, ਕੋਈ ਮੁੱਕ ਥੋੜਾ ਜਾਣਾ ਇਹਨਾਂ। ਪਰ ਮਨਮੁਖਾਂ ਸਾਧ ਨਾ ਪਾਇਆ। ਜਿਹੜੇ ਆਪ ਹੁਦਰੇ ਮਨੁੱਖ ਨੇ, ਉਹਨਾਂ ਨੇ ਇਹਨਾਂ ਗੁਣਾਂ ਦਾ ਸਵਾਦ ਨਹੀਂ ਮਾਣਿਆ। ਹੁਣ ਦੇਖੋ, ਇਹ ਸਮਝਣ ਦੀ ਗੱਲ ਹੈ ਕਿ ਸੱਚ ਤਾਂ ਮੇਰੇ ਅੰਦਰ ਹੈ, ਪਰ ਮੈਂ ਸੱਚ ਦਾ ਸਵਾਦ ਪਾਇਆ ਹੀ ਨਹੀਂ, ਮਾਣਿਆ ਹੀ ਨਹੀਂ। ਹੁਣ ਸੱਚ ਦਾ ਸਵਾਦ ਤੇ ਤਾਂ ਆਏਗਾ ਨਾ, ਸੱਚ ਦਾ ਰਸ, ਜੇ ਮੈਂ ਸੱਚ ਬੋਲਾਂਗਾ। ਮੈਂ ਸੱਚ ਨੂੰ ਵਰਤਿਆ ਹੀ ਨਹੀਂ, ਹੈ ਤੇ ਸਹੀ ਅੰਦਰ। ਮੇਰੇ ਅੰਦਰ ਪ੍ਰੇਮ ਦੇ ਖਜ਼ਾਨੇ ਤੇ ਭਰੇ ਪਏ ਨੇ, ਪਰ ਮੈਂ ਤੁਹਾਡੇ ਨਾਲ ਪ੍ਰੇਮ ਕਰ ਹੀ ਨਹੀਂ ਰਿਹਾ, ਮਨੁੱਖਤਾ ਨਾਲ ਪਿਆਰ ਕਰ ਹੀ ਨਹੀਂ ਰਿਹਾ। ਮੈਂ ਉਸ ਪਿਆਰ ਦਾ ਆਨੰਦ ਲੈ ਹੀ ਨਹੀਂ ਰਿਹਾ, ਮੈਂ ਤਾਂ ਜੈਲਸੀ ਕਰ ਰਿਹਾ। ਮੇਰੇ ਅੰਦਰ ਨਿਮਰਤਾ ਤੇ ਭਰੀ ਪਈ, ਜਿੰਨੀ ਮਰਜ਼ੀ ਮੈਂ ਨਿਮਰਤਾ ਨਾਲ ਤੁਹਾਨੂੰ ਪਿਆਰ ਨਾਲ ਫਤਿਹ ਬੁਲਾਵਾਂ, ਪਰ ਮੈਂ ਤਾਂ ਨਿਮਰਤਾ ਨੂੰ ਵਰਤ ਹੀ ਨਹੀਂ ਰਿਹਾ ਨਾ। ਮੈਂ ਤਾਂ ਹੰਕਾਰ ਨਾਲ ਆਫਰਿਆ ਫਿਰ ਰਿਹਾ ਹਾਂ। ਇਹ ਆਮ ਬੰਦੇ ਦੀ ਹਾਲਾਤ ਹੈ। ਮਨਮੁਖਾਂ ਦਾ ਮਤਲਬ ਆਪ ਹੁਦਰਾ, ਆਪ ਹੁਦਰੇ ਮਨੁੱਖ ਨੇ ਇਸ ਸਵਾਦ ਨੂੰ, ਰਸ ਨੂੰ ਮਾਣਿਆ ਹੀ ਨਹੀਂ, ਜਦੋਂ ਕਿ ਹਰ ਇਨਸਾਨ ਦੇ ਅੰਦਰ ਇਹ ਸ਼ੁਭ ਗੁਣ ਭਰੇ ਪਏ ਨੇ, ਆਤਮਿਕ ਜੀਵਨ ਦੇ ਭੰਡਾਰੇ ਭਰੇ ਪਏ ਨੇ, ਖੁਸ਼ੀਆਂ, ਗੁਣ ਭਰੇ ਪਏ ਨੇ। ਲੇਕਿਨ ਮਨਮੁਖਤਾ ਕਰਕੇ ਬੰਦਾ ਇਹਦਾ ਸਵਾਦ ਨਹੀਂ ਮਾਣ ਰਿਹਾ। ਜਿਉ ਕਸਤੂਰੀ ਮਿਰਗ ਨਾ ਜਾਣੈ, ਭਰਮ ਦਾ ਭਰਮ ਭੁਲਾਇਆ। ਭਰਮ ਦਾ ਮਤਲਬ ਭਟਕਦਾ ਹੋਇਆ, ਤੇ ਭਰਮ ਦੇ ਮੰਮੇ ਨਾਲ ਸਿਹਾਰੀ ਹੈ, ਜਿਸ ਦਾ ਮਤਲਬ ਭਰਮ ਵਿੱਚ। ਮਿਰਗ ਦਾ ਮਤਲਬ ਹਿਰਨ, ਕਸਤੂਰੀ ਦਾ ਮਤਲਬ ਕਸਤੂਰੀ। ਜਿਵੇਂ ਹਿਰਨ ਆਪਣੀ ਨਾਭੀ ਵਿੱਚ ਕਸਤੂਰੀ ਨਹੀਂ ਸਮਝਦਾ, ਕਹਿੰਦੇ ਨੇ ਹਿਰਨ ਦੀ ਨਾਭੀ ਵਿੱਚ ਕਸਤੂਰੀ ਹੈ, ਉਹਨੂੰ ਕਸਤੂਰੀ ਦੀ ਸੁਗੰਧ ਅੰਦਰੋਂ ਆਉਂਦੀ ਹੈ, ਪਰ ਉਹ ਝਾੜੀਆਂ ਦੇ ਵਿੱਚ ਸੁੰਘਦਾ ਫਿਰਦਾ ਹੈ, ਸ਼ਾਇਦ ਇਧਰੋਂ ਸੁਗੰਧ ਆ ਰਹੀ ਹੈ, ਇਧਰੋਂ ਬਾਹਰ ਭਟਕਦਾ ਹੈ, ਔਰ ਅਖੀਰ ਉਹ ਮਾਰਿਆ ਜਾਂਦਾ ਹੈ। ਜਿਵੇਂ ਹਿਰਨ ਆਪਣੀ ਨਾਭੀ ਵਿੱਚ ਕਸਤੂਰੀ ਨਹੀਂ ਸਮਝਦਾ ਤੇ ਭਰਮ ਵਿੱਚ ਭੁਲਾਇਆ ਹੋਇਆ ਭਟਕਦਾ ਰਹਿੰਦਾ ਹੈ, ਤਿਵੇਂ ਜੋ ਮਨ ਦੇ ਪਿੱਛੇ ਤੁਰਨ ਵਾਲੇ ਆਪ ਹੁਦਰੇ ਮਨੁੱਖ ਨੇ, ਉਹ ਬਾਹਰ ਸੁੱਖਾਂ ਨੂੰ ਭਾਲਦੇ ਨੇ, ਉਹ ਆਪਣੇ ਅੰਦਰ ਨਹੀਂ ਵੇਖਦੇ ਕਿ ਸੁੱਖ ਤੇ ਅੰਦਰ ਹੈ। ਅੰਦਰ ਦਾ ਮਤਲਬ ਕਿ ਸਾਡੇ ਅੰਦਰ ਸਤ, ਸੰਤੋਖ, ਦਇਆ, ਧਰਮ ਆਦਿਕ ਗੁਣ ਅੰਦਰ ਭਰੇ ਪਏ ਨੇ। ਇਹਨਾਂ ਸੁੱਖਾਂ, ਇਹਨਾਂ ਗੁਣਾਂ ਦੇ ਰਾਹੀਂ ਸਾਡੀ ਜ਼ਿੰਦਗੀ ਵਿੱਚ ਸੁੱਖ ਪੈਦਾ ਹੋਣਾ ਸੀ, ਤੇ ਇਹ ਝਾੜੀਆਂ ਚੋਂ ਲੱਭਦਾ ਫਿਰਦਾ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਚੋਂ। ਸ਼ਾਇਦ ਕਿਸੇ ਨੂੰ ਨੀਵਾਂ ਵਿਖਾ ਕੇ ਸੁੱਖ ਮਿਲ ਜਾਏ, ਕਿਸੇ ਨਾਲ ਜੈਲਸੀ ਕਰਕੇ ਸੁੱਖ ਮਿਲ ਜਾਏ, ਬੇਗਾਨਾ ਹੱਕ ਖਾ ਕੇ ਸੁੱਖ ਮਿਲ ਜਾਏ। ਇਹ ਝਾੜੀਆਂ 'ਚ ਮੂੰਹ ਮਾਰਨ ਵਾਲੀ ਗੱਲ ਹੈ। ਸੁੱਖ ਅੰਦਰ ਹੈ, ਲੇਕਿਨ ਮਨਮੁਖਤਾ ਦੇ ਕਾਰਨ ਬੰਦਾ ਉਹਨਾਂ ਗੁਣਾਂ ਨੂੰ ਅੰਦਰੋਂ ਵਰਤ ਨਹੀਂ ਰਿਹਾ, ਔਰ ਭਰਮ ਦੇ ਅੰਦਰ ਪਿਆ ਹੋਇਆ ਭਟਕ ਰਿਹਾ ਹੈ। ਅੰਮ੍ਰਿਤ ਤਜ ਬਿਕ ਸੰਗ੍ਰਹਿ, ਕਰਤੈ ਆਪ ਖੁਆਇਆ। ਕਰਤੈ ਦਾ ਮਤਲਬ ਪ੍ਰਭੂ ਨੇ, ਆਪ ਦਾ ਮਤਲਬ ਆਪ ਹੀ, ਯਾਨੀ ਆਪਣੇ ਹੁਕਮ ਵਿੱਚ। ਖੁਆਇਆ ਦਾ ਮਤਲਬ ਖੁਆਰ ਕੀਤਾ ਹੈ, ਖੁੰਝਾਇਆ ਹੈ। ਅੰਮ੍ਰਿਤ ਦਾ ਮਤਲਬ ਆਤਮਿਕ ਜੀਵਨ, ਬਿਖ ਦਾ ਮਤਲਬ ਜ਼ਹਿਰ, ਸੰਗ੍ਰਹਿ ਦਾ ਮਤਲਬ ਇਕੱਠਾ ਕਰਦਾ ਹੈ। ਹੁਣ ਜਿਹੜਾ ਮਨ ਦੇ ਪਿੱਛੇ ਤੁਰਨ ਵਾਲਾ ਹੈ ਨਾ, ਉਹ ਅੰਮ੍ਰਿਤ ਨੂੰ ਛੱਡ ਦਿੰਦਾ ਹੈ। ਅੰਮ੍ਰਿਤ ਦਾ ਮਤਲਬ ਆਤਮਿਕ ਜੀਵਨ ਦੇਣ ਵਾਲੇ ਗੁਣਾਂ ਨੂੰ ਤੇ ਛੱਡ ਦਿੰਦਾ ਹੈ। ਬਿਕ ਸੰਗ੍ਰਹਿ ਤੇ ਜੋ ਕਾਮ, ਕ੍ਰੋਧ ਆਦਿਕ ਜ਼ਹਿਰ ਹੈ, ਉਹਨਾਂ ਨੂੰ ਇਕੱਠੇ ਕਰੀ ਜਾਂਦਾ। ਹੁਣ ਆਮ ਬੰਦਾ ਇਕੱਠਾ ਕੀ ਕਰ ਰਿਹਾ ਹੈ? ਈਰਖਾ, ਦ્વੈਸ਼, ਵੈਰ, ਵਿਰੋਧ, ਇਹ ਇਕੱਠਾ ਕਰ ਰਿਹਾ ਹੈ ਬੰਦਾ, ਤੇ ਇਹ ਜ਼ਹਿਰ ਹੈ। ਇਹ ਆਤਮਿਕ ਮੌਤ ਲਿਆਉਣ ਵਾਲੀਆਂ ਚੀਜ਼ਾਂ ਨੇ। ਤੇ ਅੰਮ੍ਰਿਤ ਕੀ ਹੈ? ਜਿੰਨੇ ਖੁਸ਼ੀ ਦੇਣੀ ਹੈ, ਇਨਸਾਨੀਅਤ ਪੈਦਾ ਕਰਨੀ ਹੈ, ਉਹ ਹੈ ਸੱਚ, ਦਇਆ, ਪਿਆਰ, ਮੁਹੱਬਤ, ਨਿਮਰਤਾ, ਇਨਸਾਨੀਅਤ। ਇਹਨਾਂ ਚੀਜ਼ਾਂ ਨੂੰ ਛੱਡ ਦਿੱਤਾ ਹੈ। ਈਰਖਾ, ਦ્વੈਸ਼, ਵੈਰ, ਵਿਰੋਧ, ਹੰਕਾਰ, ਜਿਹੜੇ ਆਤਮਿਕ ਮੌਤ ਲਿਆਉਣ ਵਾਲੇ ਜ਼ਹਿਰ ਨੇ, ਇਹਨਾਂ ਨੂੰ ਇਕੱਠਾ ਕਰੀ ਜਾਂਦਾ ਹੈ। ਕਰਤੇ ਆਪ ਖੁਆਇਆ, ਕਰਤੇ ਨੇ ਆਪ ਯਾਨੀ ਰੱਬੀ ਹੁਕਮ ਦੇ ਅੰਦਰ
ਰੱਬ ਨੇ ਉਹਨੂੰ ਖੁਆਰ ਕੀਤਾ ਹੋਇਆ ਹੈ। ਯਾਨੀ ਰੱਬੀ ਹੁਕਮ ਦੇ ਅੰਦਰ ਉਹ ਖੁਆਰ ਹੋ ਰਿਹਾ ਹੈ। ਮੀਨਸ ਕਿ ਹੁਕਮ ਦੇ ਅੰਦਰ ਹੀ ਖੁਆਰੀ ਹੈ ਔਰ ਹੁਕਮ ਦੇ ਅੰਦਰ ਹੀ ਵਸੇਬਾ ਵੀ ਹੈ, ਟਿਕਾਵ ਵੀ ਹੈ। ਇਹ ਹੁਣ ਸਿਸਟਮ ਹੀ ਹੈ ਨਾ ਕਿ ਜੇ ਅਸੀਂ ਸੱਚ ਧਰਮ ਦੇ ਨਾਲ ਜੁੜਾਂਗੇ ਤੇ ਸਾਡੇ ਅੰਦਰ ਟਿਕਾਵ ਆਏਗਾ। ਇਸ ਚੀਜ਼ ਨੂੰ ਕੋਈ ਨਹੀਂ ਨਕਾਰ ਸਕਦਾ। ਤੇ ਦੂਜੀ ਇਹ ਵੀ ਇੱਕ ਸੱਚਾਈ ਹੈ ਕਿ ਜੇ ਅਸੀਂ ਈਰਖਾ, ਦਵੈਸ਼, ਵੈਰ ਵਿਰੋਧ ਕਮਾਵਾਂਗੇ ਤੇ ਸਾਨੂੰ ਕੋਈ ਸ਼ਾਂਤ ਨਹੀਂ ਕਰ ਸਕਦਾ। ਹੁਕਮ ਹੈ ਨਾ, ਇਹ ਸਿਸਟਮ ਨੂੰ ਬਦਲਿਆ ਨਹੀਂ ਨਾ ਜਾ ਸਕਦਾ। ਤਾਂ ਉਸ ਸਿਸਟਮ ਦੇ ਅੰਦਰ ਜੋ ਕਰਤੇ ਦਾ ਸਿਸਟਮ ਹੈ ਉਹਦੇ ਅੰਦਰ ਉਹ ਖੁਆਰ ਹੋ ਰਿਹਾ ਹੈ, ਕਿਉਂਕਿ ਉਹ ਕਰ ਕੀ ਰਿਹਾ ਹੈ, ਜ਼ਹਿਰ ਇਕੱਠੀ ਕਰਕੇ ਅੰਮ੍ਰਿਤ ਨੂੰ ਛੱਡ ਰਿਹਾ ਹੈ, ਸ਼ੁਭ ਗੁਣਾਂ ਨੂੰ ਛੱਡ ਕੇ ਵਿਕਾਰਾਂ ਦੀ ਜ਼ਹਿਰ ਇਕੱਠੀ ਕਰ ਰਿਹਾ। ਗੁਰਮੁਖ ਵਿਰਲੇ ਸੋਝੀ ਪਈ, ਤਿਨਾਂ ਅੰਦਰ ਬ੍ਰਹਮ ਦਿਖਾਇਆ। ਵਿਰਲੇ ਗੁਰਮੁਖਾਂ ਨੂੰ ਸਮਝ ਪੈ ਜਾਂਦੀ ਹੈ। ਗੁਰਮੁਖਾਂ ਦਾ ਮਤਲਬ ਜੋ ਗੁਰੂ ਅਨੁਸਾਰੀ ਨੇ, ਜੋ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਂਦੇ ਨੇ, ਉਹਨਾਂ ਨੂੰ ਸੂਝ ਸਮਝ ਪੈ ਗਈ, ਸਮਝ ਆ ਗਈ। ਤਿਨਾਂ ਅੰਦਰ ਬ੍ਰਹਮ ਦਿਖਾਇਆ ਤੇ ਉਹਨਾਂ ਨੂੰ ਆਪਣੇ ਅੰਦਰ ਹੀ ਰੱਬ ਦਿਸ ਪੈਂਦਾ। ਗੁਰੂ ਨੇ ਉਹਨਾਂ ਨੂੰ ਉਹਨਾਂ ਦੇ ਅੰਦਰ ਹੀ ਰੱਬ ਵਿਖਾ ਦਿੱਤਾ। ਗੁਰੂ ਦੀ ਸੋਚ ਨੇ ਸਾਨੂੰ ਅੰਦਰ ਹੀ ਰੱਬ ਵਿਖਾਣਾ। ਜਿਹੜੇ ਗੁਰੂ ਦੇ ਦੱਸੇ ਰਾਹਾਂ ਤੇ ਚੱਲਦੇ ਨੇ ਉਹਨਾਂ ਨੂੰ ਸਮਝ ਪੈ ਜਾਂਦੀ ਹੈ ਚੀਜ਼ ਦੀ, ਉਹਨਾਂ ਨੂੰ ਅੰਦਰ ਹੀ ਰੱਬ ਦੇ ਦਰਸ਼ਨ ਹੁੰਦੇ ਨੇ, ਉਹਨਾਂ ਨੂੰ ਅੰਦਰੋਂ ਹੀ ਰੱਬੀ ਗੁਣ ਉਹਨਾਂ ਦੇ ਪ੍ਰਗਟ ਹੋ ਜਾਂਦੇ ਨੇ, ਕਿਉਂਕਿ ਇਹ ਗੁਣ ਬਾਹਰ ਨਹੀਂ, ਸਾਰਿਆਂ ਦੇ ਅੰਦਰ ਨੇ। ਮਨ ਤੂੰ ਜੋਤ ਸਰੂਪ ਹੈ, ਉਹਨਾਂ ਨੂੰ ਸਮਝ ਪੈ ਜਾਂਦੀ। ਤਨ ਮਨ ਸ਼ੀਤਲ ਹੋਇਆ, ਰਸਨਾ ਹਰ ਸਾਧ ਆਇਆ। ਉਹਨਾਂ ਦਾ ਤਨ ਵੀ ਮਨ ਵੀ ਠੰਡੇ ਠਾਰ ਹੋ ਜਾਂਦੇ ਨੇ ਤੇ ਉਹਨਾਂ ਦੀ ਰਸਨਾ ਨੂੰ ਵੀ ਹਰੀ ਦੇ ਗੁਣਾਂ ਦਾ ਰਸ ਆਉਂਦਾ ਹੈ। ਉਹ ਹਰੀ ਦੇ ਗੁਣਾਂ ਦਾ ਰਸ ਮਾਣਦੀ ਹੈ, ਕਿਉਂਕਿ ਮਨ ਵਿੱਚ, ਮਾਨਸਿਕਤਾ ਵਿੱਚ ਰੱਬੀ ਗੁਣ ਵਸ ਗਏ ਤਾਂ ਮਨ ਸ਼ਾਂਤ ਹੋ ਗਿਆ। ਗਿਆਨ ਇੰਦਰੀਆਂ ਦੇ ਅੰਦਰ ਰੱਬੀ ਗੁਣ ਵਸ ਗਏ, ਸਰੀਰਕ ਸੁਖ ਪੈਦਾ ਹੋ ਗਿਆ। ਰਸਨਾ ਰਾਹੀਂ ਬੰਦਾ ਰੱਬੀ ਗੁਣਾਂ ਦੀ ਗੱਲ ਕਰਦਾ ਹੈ, ਰਸਨਾ ਸ਼ਾਂਤ ਹੋ ਗਈ। ਕਿੱਥੇ ਤੇ ਟਾਂ ਟਾਂ ਕਰਕੇ ਉੱਚੀ ਉੱਚੀ ਬੋਲਦਾ ਸੀ, ਗਾਲਾਂ ਕੱਢਦਾ, ਲੇਕਿਨ ਕਿੱਥੇ ਬੜੇ ਪਿਆਰ ਨਾਲ ਨਿਮਰਤਾ ਵਾਲੇ ਹੁਣ ਬੋਲ ਰਿਹਾ ਹੈ। ਸ਼ਬਦੇ ਹੀ ਨਾਉ ਉਪਜੈ, ਸ਼ਬਦੇ ਮੇਲ ਮਿਲਾਇਆ। ਸ਼ਬਦੇ ਦਾ ਮਤਲਬ ਗੁਰੂ ਦਾ ਗਿਆਨ, ਨਾਉ ਦਾ ਮਤਲਬ ਰੱਬੀ ਹੁਕਮ, ਰੱਬੀ ਸਿਫਤ ਸਲਾਹ, ਰੱਬੀ ਗੁਣ। ਉਪਜੈ ਦਾ ਮਤਲਬ ਪੈਦਾ ਹੁੰਦੇ ਨੇ। ਸ਼ਬਦੇ ਦਾ ਮਤਲਬ ਹੁਕਮ, ਮੇਲ ਦਾ ਮਤਲਬ ਮੇਲ ਵਿੱਚ, ਮਿਲਾਇਆ ਦਾ ਮਤਲਬ ਮਿਲਾ ਲਿਆ ਜਾਂਦਾ ਹੈ। ਸਤਿਗੁਰ ਦੇ ਗਿਆਨ, ਸਤਿਗੁਰ ਦੇ ਸ਼ਬਦ ਰਾਹੀਂ ਹੀ ਅੰਦਰ ਰੱਬੀ ਗੁਣ ਪੈਦਾ ਹੁੰਦੇ ਨੇ। ਨਾਉ ਦਾ ਮਤਲਬ ਰੱਬੀ ਸਿਫਤ ਸਲਾਹ, ਉਪਜੈ ਦਾ ਮਤਲਬ ਉਪਜਦਾ ਹੈ। ਗੁਰੂ ਦੇ ਗਿਆਨ ਰਾਹੀਂ ਜੀਵਨ ਬਿਤਾਈਏ ਤਾਂ ਸਾਡੇ ਅੰਦਰ ਰੱਬੀ ਗੁਣ ਪੈਦਾ ਹੁੰਦੇ ਨੇ। ਤੇ ਜੇ ਰੱਬੀ ਗੁਣਾਂ ਦੀ ਧਾਰਨੀ ਹੋਈਏ, ਗੁਰੂ ਸ਼ਬਦ ਅਨੁਸਾਰ ਜ਼ਿੰਦਗੀ ਜੀਵੀਏ, ਤਾਂ ਰੱਬ ਦੇ ਨਾਲ ਮੇਲ ਹੋ ਜਾਂਦਾ ਹੈ। ਮੇਲ ਵਿੱਚ ਮਿਲਾਇਆ ਦਾ ਮਤਲਬ ਰੱਬ ਦੇ ਅੰਦਰ ਮਿਲਾ ਲਿਆ ਜਾਂਦਾ ਹੈ ਉਸ ਬੰਦੇ। ਯਾਨੀ ਗੁਰੂ ਦੇ ਗਿਆਨ ਰਾਹੀਂ ਹੀ ਸਾਡੀ ਜ਼ਿੰਦਗੀ ਅੰਦਰ ਰੱਬੀ ਗੁਣ ਪੈਦਾ ਹੁੰਦੇ ਨੇ ਔਰ ਗੁਰੂ ਗਿਆਨ ਰਾਹੀਂ ਹੀ ਰੱਬੀ ਗੁਣਾਂ ਦੇ ਅੰਦਰ ਸਮਾ ਕੇ ਬੰਦਾ ਰੱਬ ਵਰਗਾ ਹੋ ਜਾਂਦਾ ਹੈ। ਬਿਨ ਸ਼ਬਦੈ ਸਭ ਜਗ ਬਉਰਾਨਾ, ਬਿਰਥਾ ਜਨਮ ਗਵਾਇਆ। ਸ਼ਬਦ ਦਾ ਮਤਲਬ ਗਿਆਨ, ਗੁਰੂ ਦਾ ਉਪਦੇਸ਼। ਗੁਰੂ ਦੇ ਉਪਦੇਸ਼ ਤੋਂ ਬਿਨਾ, ਗੁਰੂ ਗਿਆਨ ਤੋਂ ਬਿਨਾ ਸਾਰਾ ਜਗਤ ਹੀ ਚੱਲਾ ਹੋਇਆ ਫਿਰਦਾ ਹੈ ਔਰ ਆਪਣੇ ਜੀਵਨ ਨੂੰ ਵਿਅਰਥ ਗਵਾ ਰਿਹਾ ਹੈ। ਵਿਅਰਥ ਕਿਵੇਂ ਗਵਾ ਰਿਹਾ ਹੈ? ਦੇਖੋ, ਸਾਡੀ ਜ਼ਿੰਦਗੀ 'ਚ ਸਤ ਸੰਤੋਖ ਦੇ ਅਸੀਂ ਧਾਰਨੀ ਹੋ ਕੇ ਮਹਾਨ ਇਨਸਾਨ ਹੋ ਸਕਦੇ ਹਾਂ, ਪਰ ਬੰਦਾ ਈਰਖਾ ਦਵੈਸ਼ ਨੂੰ ਖੱਟ ਕੇ ਕਮਾ ਕੇ ਜ਼ਿੰਦਗੀ ਨੂੰ ਦੁਖੀ ਕਰੀ ਰੱਖਦਾ ਨਾ। ਅੰਮ੍ਰਿਤ ਏਕੋ ਸ਼ਬਦ ਹੈ, ਨਾਨਕ ਗੁਰਮੁਖ ਪਾਇਆ। ਗੁਰਮੁਖ ਦਾ ਮਤਲਬ ਗੁਰੂ ਦੇ ਜ਼ਰੀਏ। ਅੰਮ੍ਰਿਤ ਦਾ ਮਤਲਬ ਆਤਮਿਕ ਜੀਵਨ ਦੇਣ ਵਾਲਾ ਤੇ ਸ਼ਬਦ ਦਾ ਮਤਲਬ ਹੈ ਗੁਰੂ ਦਾ ਗਿਆਨ, ਗੁਰੂ ਦਾ ਉਪਦੇਸ਼। ਗੁਰੂ ਜੀ ਕਹਿੰਦੇ ਨੇ ਗੁਰੂ ਦਾ ਗਿਆਨ ਜੋ ਹੈ, ਗੁਰੂ ਦਾ ਦਿੱਤਾ ਵੇ ਆਫ ਲਾਈਫ ਜੋ ਹੈ, ਗੁਰੂ ਦਾ ਉਪਦੇਸ਼ ਹੈ, ਗੁਰੂ ਦੀ ਫਿਲਾਸਫੀ ਜੋ ਵਿਚਾਰਧਾਰਾ ਹੈ ਨਾ, ਗੁਰੂ ਦੀ ਜੋ ਸੋਚ ਹੈ, ਉਹ ਹੀ ਆਤਮਿਕ ਜੀਵਨ ਦੇਣ ਵਾਲੀ ਹੈ। ਗੁਰੂ ਦਾ ਗਿਆਨ ਆਤਮਿਕ ਜੀਵਨ ਦੇਣ ਵਾਲਾ ਹੈ ਤੇ ਇਹ ਗਿਆਨ ਨਾਨਕ ਗੁਰਮੁਖ ਪਾਇਆ। ਗੁਰੂ ਦੀ ਸ਼ਰਣੀ ਆ ਕੇ ਹੀ ਇਹਨੂੰ ਪਾਇਆ ਜਾ ਸਕਦਾ ਹੈ। ਪੌੜੀ ਸੋ ਹਰ ਪੁਰਖ ਅਗੰਮ ਹੈ, ਕਉ ਕਿਤ ਬਿਦ ਪਾਈਐ। ਦੇਖੋ, ਇੱਕ ਬਹੁਤ ਸੁੰਦਰ ਸਵਾਲ ਜਵਾਬ ਦੇ ਰੂਪ ਵਿੱਚ ਗੁਰੂ ਜੀ ਸਾਨੂੰ ਸਮਝਾ ਰਹੇ ਨੇ। ਅਗੰਮ ਦਾ ਮਤਲਬ ਅਪਹੁੰਚ, ਜੋ ਸਾਡੀ ਪਹੁੰਚ ਵਿੱਚ ਹੈ ਹੀ ਨਹੀਂ, ਅਸੀਂ ਕਹਿੰਦੇ ਨਾ ਅਗੰਮ ਹੈ। ਹੁਣ ਜਿਹੜਾ ਪਹੁੰਚ ਵਿੱਚ ਹੈ ਹੀ ਨਹੀਂ, ਉਹਨੂੰ ਕਿਵੇਂ ਪਾਈਏ? ਹੇ ਭਾਈ ਦੱਸ, ਉਹ ਹਰੀ ਜੋ ਅਗੰਮ ਹੈ,
ਕਿਸ ਤਰ੍ਹਾਂ ਮਿਲ ਸਕਦਾ ਹੈ? ਜਿਹੜਾ ਹੈ ਹੀ ਅਗੰਮ ਅਪਹੁੰਚ, ਜੋ ਸਾਡੀ ਪਹੁੰਚ ਵਿੱਚ ਹੈ ਹੀ ਨਹੀਂ, ਤਾਂ ਉਹਨੂੰ ਕਿਵੇਂ ਪਾਇਆ ਜਾ ਸਕਦਾ ਹੈ? ਕੋਈ ਸਾਧਨ ਹੈ ਜਿਹੜਾ ਹੈ ਹੀ ਅਪਹੁੰਚ, ਜਿਹਨੂੰ ਕਹੀਏ ਕਿ ਇੰਪੋਸੀਬਲ ਹੈ, ਤਾਂ ਉਹਨੂੰ ਪੋਸੀਬਲ ਕਿਵੇਂ ਕਰੀਏ? ਜਿਹੜਾ ਅਗੰਮ ਹੈ ਉਹਨੂੰ ਕਿਵੇਂ ਪਾਇਆ ਜਾ ਸਕਦਾ ਹੈ? ਤਿਸ ਰੂਪ ਨਾ ਰੇਖ ਅਦ੍ਰਿਸ਼ਟ, ਕਹੋ ਜਨ ਕਿਉਂ ਧਿਆਈਐ। ਉਹਦਾ ਕੋਈ ਰੂਪ ਨਹੀਂ, ਕੋਈ ਰੇਖਾ ਨਹੀਂ, ਅਦ੍ਰਿਸ਼ਟ ਹੈ, ਉਹ ਦਿਸਦਾ ਵੀ ਨਹੀਂ, ਤਾਂ ਉਹਦਾ ਧਿਆਨ ਕਿਵੇਂ ਧਰੀਏ? ਆਮ ਕਹਿੰਦੇ ਨਾ ਧਿਆਨ ਲਾਓ, ਸਮਾਧੀ ਲਾਓ, ਮੈਡੀਟੇਸ਼ਨ ਕਰੋ। ਹੁਣ ਮੈਡੀਟੇਸ਼ਨ ਕਿਵੇਂ ਕਰੀਏ? ਜੇ ਤਾਂ ਕਿਸੇ ਦਾ ਰੂਪ ਹੈ, ਰੰਗ ਹੈ, ਤਸਵੀਰ ਹੈ, ਫਿਰ ਤਾਂ ਉਹਦਾ ਅਸੀਂ ਧਿਆਨ ਧਰਨੇ ਆ ਵੀ ਸਾਡਾ ਬੇਟਾ, ਬੇਟੀ ਜਾਂ ਭੈਣ ਭਰਾ ਕੋਈ ਐਵੇਂ ਦਾ, ਉਹ ਤੇ ਸਾਡੇ ਧਿਆਨ ਚ ਆ ਜਾਏ। ਹੁਣ ਜਿਹਦਾ ਕੋਈ ਰੂਪ ਹੀ ਨਹੀਂ ਹੈ, ਜਿਹਦੇ ਕੋਈ ਚਿਹਨ ਚਿੱਕਰ ਨਹੀਂ ਹਨ, ਜਿਹੜਾ ਦਿਸਦਾ ਵੀ ਨਹੀਂ, ਉਹਦਾ ਧਿਆਨ ਕਿਵੇਂ ਕਰੀਏ? ਇਸ ਰੂਪ ਨਾ ਰੇਖ ਅਦ੍ਰਿਸ਼ਟ, ਕਹੋ ਜਨ ਕਿਉਂ ਧਿਆਈਐ। ਉਹਦਾ ਕੋਈ ਰੂਪ ਨਹੀਂ, ਕੋਈ ਰੇਖ ਨਹੀਂ, ਦਿਸਦਾ ਵੀ ਨਹੀਂ, ਉਹਨੂੰ ਕਿਵੇਂ ਧਿਆਈਏ? ਕਿਵੇਂ ਉਹਨੂੰ ਧਿਆਨ ਵਿੱਚ ਵਸਾਈਏ? ਦੂਜਾ ਸਵਾਲ। ਤੀਜਾ ਸਵਾਲ ਕਰਦੇ ਨੇ, ਨਿਰੰਕਾਰ ਨਿਰੰਜਨ ਹਰ ਅਗੰਮ, ਕਿਆ ਕਹਿ ਗੁਣ ਗਾਈਏ। ਨਿਰੰਕਾਰ ਦਾ ਮਤਲਬ ਸ਼ਕਲ ਤੋਂ ਬਿਨਾ। ਹੁਣ ਜੇ ਸ਼ਕਲ ਹੋਵੇ ਤੇ ਅਸੀਂ ਕਹੀਏ ਬੜਾ ਸੋਹਣਾ ਹੈ। ਜਿਹਦੀ ਸ਼ਕਲ ਨਹੀਂ ਹੈ, ਨਿਰੰਜਨ, ਜੋ ਮਾਇਆ ਦੇ ਤ੍ਰੈਗੁਣੀ ਜਿਹੜੇ ਗੁਣ ਨੇ ਉਹਨਾਂ ਤੋਂ ਰਹਿਤ, ਅਗੰਮ ਦਾ ਮਤਲਬ ਜੋ ਅਪਹੁੰਚ ਹੈ। ਕਿਆ ਕਹਿ ਗੁਣ ਗਾਈਏ, ਕੀ ਆਖ ਕੇ ਉਹਦੀ ਸਿਫਤ ਸਲਾਹ ਕਰੀਏ? ਜਿਹਦਾ ਕੋਈ ਆਕਾਰ ਵੀ ਨਹੀਂ, ਜਿਹੜਾ ਮਾਇਆ ਦੀ ਮਹਿਲ ਤੋਂ ਵੀ ਰਹਿਤ ਹੈ, ਜਿਹੜਾ ਅਗੰਮ ਹੈ, ਕਿਹੜੇ ਉਹਦੇ ਗੁਣ ਕਹਿ ਕੇ ਗਾਈਏ? ਤਾਂ ਗੁਰੂ ਜੀ ਹੁਣ ਇਹਦਾ ਉੱਤਰ ਦੇ ਰਹੇ ਨੇ, ਸਾਨੂੰ ਸਮਝਾ ਰਹੇ ਨੇ, ਇਸ ਸਮੱਸਿਆ ਦਾ ਸੋਲੂਸ਼ਨ ਦੇ ਰਹੇ ਨੇ। ਜਿਸ ਆਪ ਬੁਝਾਏ ਆਪ, ਸੋ ਹਰ ਮਾਰਗ ਪਾਈਏ। ਗੁਰੂ ਜੀ ਕਹਿੰਦੇ ਨੇ, ਜਿਸ ਮਨੁੱਖ ਨੂੰ ਪ੍ਰਭੂ ਆਪ ਸਮਝ ਦਿੰਦਾ ਹੈ ਨਾ, ਬੁਝਾਉਂਦਾ ਹੈ, ਸਮਝ ਦਿੰਦਾ ਹੈ, ਉਹ ਪ੍ਰਭੂ ਦੇ ਰਾਹ ਤੇ ਤੁਰਦਾ ਹੈ, ਰੱਬ ਦੀ ਰਜ਼ਾ ਵਿੱਚ ਤੁਰਦਾ ਹੈ। ਉਹ ਇੱਥੇ ਰਜ਼ਾ ਦੀ ਮਹੱਤਤਾ ਦਰਸਾ ਰਹੇ ਨੇ ਕਿ ਉਹ ਰੱਬ ਦੀ ਰਜ਼ਾ ਵਿੱਚ ਤੁਰਨਾ ਹੈ, ਜਿਹੜਾ ਰੂਪ ਰੇਖ ਰੰਗ ਤੋਂ ਨਿਆਰਾ ਹੈ, ਜਿਹਦੀ ਹੁਕਮ ਇਸ ਦੁਨੀਆ ਵਿੱਚ ਵਰਤ ਰਿਹਾ ਹੈ, ਉਸ ਹੁਕਮ ਦੇ ਅੰਦਰ ਤੁਰਨਾ ਰੱਬ ਦੀ ਭਗਤੀ ਹੈ। ਜਿਹਨੂੰ ਆਪ ਸਮਝ ਦਿੰਦਾ ਹੈ, ਉਹ ਰੱਬ ਦੇ ਰਾਹਾਂ ਤੇ ਤੁਰਦਾ ਹੈ। ਤੇ ਸਵਾਲ ਪੈਦਾ ਹੁੰਦਾ ਹੈ ਵੀ ਉਹ ਸਮਝ ਕਿਹਨੂੰ ਦਿੰਦਾ ਹੈ, ਸੂਝ ਕਿਹਨੂੰ ਦਿੰਦਾ ਹੈ? ਉਹ ਮੈਥਡ ਕੀ ਹੈ, ਸਾਧਨ ਕੀ ਹੈ, ਜਿਸ ਵਿੱਚ ਜਿਵੇਂ ਉਹ ਸਮਝ ਦਿੰਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਗੁਰ ਪੂਰੈ ਵੇਖਾਲਿਆ, ਗੁਰ ਸੇਵਾ ਪਾਈ ਹੈ। ਕਿ ਗੁਰੂ ਦੀ ਸੇਵਾ ਰਾਹੀਂ ਪਾਇਆ ਜਾਂਦਾ ਹੈ। ਉਹਦੇ ਹੁਕਮ ਦੀ ਜੋ ਸੂਝ ਹੈ ਨਾ, ਉਹ ਗੁਰੂ ਦੇ ਰਾਹੀਂ ਆਏਗੀ। ਗੁਰੂ ਦੀ ਸੇਵਾ ਕਰਕੇ ਰੱਬੀ ਹੁਕਮ ਦੇ ਵਿੱਚ ਤੁਰਨ ਦਾ ਮਤਲਬ ਗੁਰੂ ਦੇ ਰਾਹਾਂ ਤੇ ਤੁਰਨਾ ਹੀ ਰੱਬ ਦਾ ਹੁਕਮ ਹੈ। ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਣੀ। ਗੁਰ ਸੇਵਾ ਦਾ ਮਤਲਬ ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾਣਾ। ਜੇ ਗੁਰੂ ਦੀ ਸੇਵਾ ਕੀਤੀ ਜਾਏ ਨਾ, ਗੁਰੂ ਦੀ ਦੱਸੀ ਕਾਰ ਕੀਤਿਆਂ ਉਹ ਮਿਲਦਾ ਹੈ, ਤੇ ਪੂਰੇ ਗੁਰੂ ਨੇ ਉਹਦਾ ਦੀਦਾਰ ਕਰਾਇਆ ਹੈ। ਹੁਣ ਦੇਖੋ, ਇੱਥੇ ਫਿਰ ਸਾਡੇ ਵਾਸਤੇ ਕਨਫਿਊਜ਼ਨ ਰਹਿ ਜਾਣਾ ਹੈ ਕਿ ਗੁਰੂ ਦੇ ਦੱਸੇ ਰਾਹਾਂ ਤੇ ਤੁਰਿਆ ਮਿਲਦਾ ਹੈ ਤੇ ਗੁਰੂ ਉਹਦਾ ਦੀਦਾਰ ਕਰਾਉਂਦਾ। ਗੁਰੂ ਦੇ ਦੱਸੇ ਰਾਹਾਂ ਤੇ ਤੁਰਨਾ ਤਾਂ ਅਸੀਂ ਸਮਝ ਗਏ ਨਾ ਕਿ ਮਨ ਬਚਨ ਕਰਮ ਕਰਕੇ ਗੁਰਮਤਿ ਦੇ ਧਾਰਨੀ ਹੋਣਾ ਹੈ। ਤੇ ਜਦੋਂ ਅਸੀਂ ਮਨ ਬਚਨ ਕਰਮ ਕਰਕੇ ਜਿਹੜੀਆਂ 6 ਗੱਲਾਂ ਅਸੀਂ ਰੋਜ਼ ਸਾਂਝੀਆਂ ਕਰਦੇ ਹਾਂ, ਉਹਨਾਂ ਦੇ ਧਾਰਨੀ ਹੋ ਗਏ, ਤਾਂ ਫਿਰ ਗੁਰੂ ਪੂਰਾ ਦੀਦਾਰ ਕਰਾ ਦਿੰਦਾ ਹੈ। ਦਰਸ਼ਨ ਕਿਵੇਂ ਕਰਾ ਦਿੰਦਾ ਹੈ ਕਿ ਇਹ ਵਿਸ਼ ਸੰਸਾਰ ਤੁਮ ਜੇ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਫਿਰ ਆ ਸੰਸਾਰ ਹੀ ਰੱਬ ਦਾ ਰੂਪ ਦਿਸਣ ਲੱਗ ਪੈਂਦਾ ਹੈ। ਫਿਰ ਜੋ ਦਿਸੈ ਸੋ ਤੇਰਾ ਰੂਪ, ਜੋ ਦਿਸ ਰਿਹਾ ਹੈ ਉਹ ਤੇਰਾ ਹੀ ਰੂਪ ਨਜ਼ਰੀ ਪੈਣ ਲੱਗ ਪੈਂਦਾ ਹੈ। ਫਿਰ ਇਨਸਾਨ ਦੇ ਨਾਲ ਰੱਬ ਵਰਗੀ ਪ੍ਰੀਤ ਪਿਆਰ ਕਰਨੀ ਆਰੰਭ ਕਰਦਾ ਹੈ। ਗੁਰੂ ਪਾਤਸ਼ਾਹ ਦੀ ਰਹਿਮਤ ਕਰਨ ਕਿ ਅਸੀਂ ਗੁਰੂ ਜੀ ਦੀ ਪਾਵਨ ਪਵਿੱਤਰ ਜੋ ਬਾਣੀ ਹੈ, ਇਸ ਨੂੰ ਆਪ ਪੜ੍ਹੀਏ, ਗੁਰਬਾਣੀ ਨੂੰ ਆਪ ਵਿਚਾਰੀਏ ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਸਫਲ ਔਰ ਸੁਚੱਜਿਆ ਕਰੀਏ।